ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੇ 138 ਅੰਗ ਦੇ ਉੱਤੇ ਸੀਰੀਅਲ ਵਾਈਜ਼ ਜੇ ਚੱਲੀਏ ਤਾਂ ਆਪਾਂ ਜਿਹੜੇ ਹੈਗੇ ਪਹਿਲਾਂ ਆਪਾਂ ਨੇ ਸ੍ਰੀ ਰਾਗ ਦੀ ਵਾਰ ਲਈ ਸੀਗੀ ਅਤੇ ਹੁਣ ਆਪਾਂ ਜਿਹੜੇ ਹੈਗੇ ਮਾਝ ਰਾਗ ਦੇ ਵਿੱਚ ਵਾਰ ਪਹਿਲੀ ਪਾਤਸ਼ਾਹੀ ਦੀ ਵਾਰ ਲੈ ਰਹੇ ਹਾਂ। ਔਰ ਜਿਹੜੀ ਪਾਤਸ਼ਾਹੀ ਦੀ ਵਾਰ ਹੁੰਦੀ ਆ ਉੱਪਰ ਲਿਖਿਆ ਹੁੰਦਾ ਹੈਡਿੰਗ, ਉਹਨਾਂ ਦੀਆਂ ਜਿਹੜੀਆਂ ਪੌੜੀਆਂ ਹੁੰਦੀਆਂ ਔਰ ਸ਼ਲੋਕ ਜਿਹੜੇ ਹੈਗੇ ਉਹ ਉਹਨਾਂ ਦੇ ਵੀ ਹੋ ਸਕਦੇ ਆ ਔਰ ਹੋਰ ਕਿਸੇ ਪਾਤਸ਼ਾਹੀ ਦੇ ਉਹ ਮਹਾਰਾਜ ਪੰਜਵੀਂ ਪਾਤਸ਼ਾਹੀ ਨੇ ਐਡੀਟਿੰਗ ਕੀਤੀ ਹੁੰਦੀ ਆ। ਉਹਨਾਂ ਨੇ ਪੌੜੀ ਦੇ ਭਾਵ ਦੇ ਅਨੁਸਾਰ ਜਿਹੜਾ ਹੈਗਾ ਉਹ ਸ਼ਲੋਕ ਲਗਾਏ ਹੁੰਦੇ ਆ ਤਾਂ ਕਿ ਜਿਹੜਾ ਹੈਗਾ ਸੰਗਤ ਜਿਹੜੀ ਹੈਗੀ ਸੰਗਤ ਨੂੰ ਜਿਹੜਾ ਹੈਗਾ ਇਹ ਜਿਹੜੀ ਹੈਗੀ ਆ ਇਹ ਗਿਆਨ ਜਿਹੜਾ ਹੈਗਾ ਸੁਖੈਨ ਹੀ ਜਿਹੜਾ ਹੈਗਾ ਸੰਗਤ ਨੂੰ ਜਿਹੜਾ ਹੈਗਾ ਗਿਆਨ ਦੇ ਬਾਰੇ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ ਇਹਦੀ ਸੂਝ ਮਿਲ ਜਾਏ ਔਰ ਇਸ ਗਿਆਨ ਦੇ ਦੁਆਰਾ ਇਸ ਗਿਆਨ ਦੀ ਰੋਸ਼ਨੀ ਦੇ ਵਿੱਚ ਜਿਹੜੇ ਹੈਗੇ ਇਹ ਜਿਹੜੇ ਵੀ ਇਸ ਰਸਤੇ 'ਤੇ ਲਿਵ ਵਾਲੇ ਰਸਤੇ 'ਤੇ ਚੱਲਣਾ ਚਾਹੁੰਦੇ ਆ ਉਹ ਜਿਹੜੇ ਹੈਗੇ ਇਹਦਾ ਲਾਭ ਉਠਾ ਕੇ ਔਰ ਸਹੀ ਰਸਤੇ ਦੇ ਉੱਤੇ ਇਹ ਪ੍ਰੇਮਾ ਭਗਤੀ ਜਿਹੜੀ ਹੈਗੀ ਕਰ ਸਕਣ। ਇਹ ਮਕਸਦ ਹੈਗਾ ਜੀ। ਸ਼ਲੋਕ ਮਹੱਲਾ ਪਹਿਲਾ। ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਇਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਨੇ ਜਿਹੜੀ ਹੈ ਪਹਿਲੀ ਪੌੜੀ ਲਈ ਸੀ ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਵੀ ਤੈਨੂੰ ਦੁਨੀਆ ਦੇ ਵਿੱਚ ਮਾਲਕ ਪਰਮਾਤਮਾ ਨੇ ਭੇਜਿਆ ਹੈਗਾ ਔਰ ਤੇਰਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮਾਲਕ ਦੀ ਖੇਡ ਹੈਗੀ ਆ। ਇਹਦੇ ਵਿੱਚ ਜਿਹੜਾ ਹੈਗਾ ਤੇਰਾ ਸਮਾਂ ਜਿਹੜਾ ਹੈਗਾ ਬਚਪਨ ਔਰ ਜਵਾਨੀ ਔਰ ਗ੍ਰਸਤੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਤੇਰਾ ਫਿਰ ਜਿਹੜਾ ਹੈਗਾ ਡਾਊਨਫਾਲ ਜਿਹੜਾ ਹੈਗਾ ਬੁਢੇਪਾ। ਇਸ ਤਰ੍ਹਾਂ ਜਿਹੜੀ ਹੈਗੀ ਉਮਰ ਤੇਰੀ ਲੰਘ ਜਾਣੀ ਆ ਔਰ ਉਹਦੇ ਵਿੱਚ ਜਿਹੜਾ ਮਕਸਦ ਹੈਗਾ ਤੂੰ ਕੋਈ ਮਕਸਦ ਵਾਸਤੇ ਦੁਨੀਆ ਦੇ ਵਿੱਚ ਆਇਆ ਆ। ਪਰਮਾਤਮਾ ਨੇ ਜਿਹੜਾ ਹੈਗਾ ਤੈਨੂੰ ਕੋਈ ਖਾਸ ਕੰਮ ਵਾਸਤੇ ਭੇਜਿਆ ਹੈ। ਸਾਰਾ ਮਾਲਕ ਨੇ ਇੱਕ ਮਾਇਆ ਬਣਾਈ ਆ, ਇੱਕ ਜਿਹੜਾ ਹੈਗਾ ਇੱਕ ਉਹ ਮਾਲਕ ਪਰਮਾਤਮਾ ਆਪ ਹੈਗਾ। ਉਸ ਮਾਲਕ ਪਰਮਾਤਮਾ ਨੂੰ ਆਪਾਂ ਨੇ ਮਾਲਕ ਦੇ ਕੋਲ ਵਾਪਸ ਜਿਹੜਾ ਹੈਗਾ ਆਪਾਂ ਨੇ ਆਉਣਾ ਹੈ, ਉਹਨੂੰ ਬੁੱਝਣਾ ਹੈਗਾ, ਉਹਨੂੰ ਲੱਭਣਾ ਹੈਗਾ। ਆਪਣੇ ਅੰਦਰ ਹੀ ਹੈਗਾ ਉਹ ਮਾਲਕ ਪਰਮਾਤਮਾ। ਸ਼ਲੋਕ ਮਹੱਲਾ ਪਹਿਲਾ ਅੰਗ 138 ਅੰਗ ਤੇ ਗੁਰਕੀ ਸਾਹਿਬ ਆ ਗਏ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾ ਬੁਲਾਇਆ ਸੰਗਤ ਜੀ, ਮੈਂ ਲੇਟ ਹੋ ਗਿਆ ਜੀ। ਹਾਂਜੀ ਸ਼ੁਰੂ ਕਰੋ ਜੀ। 138 ਨੰਬਰ ਅੰਗ। ਹਾਂਜੀ ਦੂਸਰੀ ਪੌੜੀ ਹੈਗੀ ਆ ਤੇ ਉਹਦਾ ਸ਼ਲੋਕ ਲੈ ਰਹੇ ਪਹਿਲੀ ਪਾਤਸ਼ਾਹੀ ਦਾ। ਤੇ ਮਹਾਰਾਜ ਨੇ ਕੱਲ ਆਪਾਂ ਨੇ ਲਿਆ ਸੀਗਾ ਵੀ ਦੇਖੋ ਕੋਈ ਇਸ ਤਰੀਕੇ ਦੇ ਨਾਲ ਮਾਲਕ ਨੇ ਆਪਾਂ ਨੂੰ ਭੇਜਿਆ ਦੁਨੀਆ ਦੇ ਵਿੱਚ ਔਰ ਮਾਲਕ ਨੇ ਗੇਮ ਖੇਡ ਰਿਹਾ। ਪਰਮਾਤਮਾ ਆਪ ਗੇਮ ਦੇ ਵਿੱਚ ਹੈਗਾ, ਮੋਹਰੇ ਆਪ ਚੱਲ ਰਿਹਾ ਹੈ ਉਹ ਔਰ ਉਹਨੇ ਆਪਾਂ ਨੂੰ ਜਿਹੜਾ ਹੈਗਾ ਆਪਣਾ ਕੰਮ ਹੈਗਾ ਉਸ ਮਾਲਕ ਨੂੰ ਲੱਭਣਾ। ਭੂਲ ਭੁਲਈਆ ਦੇ ਵਿੱਚ ਮਾਲਕ ਨੇ ਭੇਜਿਆ ਆ। ਇਹਦੇ ਵਿੱਚ ਮਾਇਆ ਇਹ ਜਿਹੜਾ ਡੰਮੀ ਜਿਹੜਾ ਹੈਗਾ ਉਹ ਆਪਣਾ ਪਤੀ ਪਰਮਾਤਮਾ ਪਿਓ ਮਾਂ ਜੋ ਵੀ ਕਹਿ ਲਓ, ਕਹਿੰਦੇ ਮਾਇਆ ਜਿਹੜੀ ਹੈਗੀ ਉਸਨੇ ਬਣਾਈ ਹੋਈ ਹੈ ਔਰ ਬਹੁਤ ਚਮਕ ਹੈ, ਬਹੁਤ ਸਵਾਦ ਹੈਗੇ ਇਹਦੇ ਵਿੱਚ ਔਰ ਇਹਦੇ 'ਚ ਇਨਸਾਨ ਜਿਹੜੇ ਹੈਗੇ ਜੀਵ ਧੋਖਾ ਖਾ ਜਾਂਦੇ ਆ। ਅਤੇ ਹੁਣ ਉਸ ਤੋਂ ਅੱਗੇ ਮਹਾਰਾਜ ਪਹਿਲੀ ਪਾਤਸ਼ਾਹੀ ਕੀ ਕਹਿ ਰਹੀ ਹੈ? ਸ਼ਲੋਕ ਉਹਨਾਂ ਦਾ ਹੈ। ਸ਼ਲੋਕ ਮਹੱਲਾ ਪਹਿਲਾ। ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਕਹਿੰਦੇ ਜਿਉ ਮਾਲਕ ਪਰਮਾਤਮਾ ਨੇ ਤੇਰੇ ਸਰੀਰ ਦੇ ਵਿੱਚ ਪਾ ਕੇ ਤੇਰਾ ਤਨ ਸਾਜ ਦਿੱਤਾ, ਇੰਨਾ ਸੋਹਣਾ ਸਵਾਰ ਦਿੱਤਾ ਮਾਲਕ ਪਰਮਾਤਮਾ ਨੇ ਔਰ ਇੰਨੀ ਸੋਹਣਾ ਇੰਨੀ ਚੰਗੀ ਤਰੀਕੇ ਦੇ ਨਾਲ ਇਹ ਘੜਿਆ ਹੈ ਸਰੀਰ ਪਰਮਾਤਮਾ ਨੇ। ਇੱਕ ਅੰਗ ਜਿਹੜਾ ਹੈਗਾ ਇੱਕ ਤੇਰਾ ਪਾਰਟ ਜਿਹੜਾ ਹੈਗਾ ਉਹ ਬਹੁਤ ਵੈਲਿਊਏਬਲ ਹੈਗਾ ਭਾਈ। ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਅੱਖੀ ਦੇਖੈ ਜਿਹਵਾ ਬੋਲੇ ਕੰਨੀ ਸੁਰਤ ਸਮਾਏ। ਦੇਖ ਅੱਖਾਂ ਕਿੰਨੀਆਂ ਸੋਹਣੀਆਂ, ਕਿੰਨਾ ਹਾਈ ਜਿਹੜਾ ਹੈਗਾ ਉਹਦੀ ਕੈਪੈਸਿਟੀ ਹੈਗੀ, ਕਿੰਨੀ ਕੈਮਰੇ ਦੀ ਲੈਂਸ ਦੀ। ਅੱਖੀ ਦੇਖੈ ਜਿਹਵਾ ਬੋਲੇ, ਜੀਭ ਬੋਲਦੀ ਆ ਔਰ ਕਿਸ ਤਰ੍ਹਾਂ ਫਿੱਟ ਕੀਤੀ ਆ। 32 ਦੰਦਾਂ ਦੇ ਵਿੱਚ ਜੀਭ ਆ ਔਰ
ਕਿੰਨੀ ਜ਼ਬਰਦਸਤ ਬੋਲਦੀ ਹੈ, ਔਰ ਰੋਟੀ ਖਾਂਦੇ ਖਾਂਦੇ ਵੀ ਬੋਲਦੇ ਰਹਿੰਦੇ ਆਪਾਂ। ਔਰ ਕਿਸ ਤਰ੍ਹਾਂ ਜਿਹੜੀ ਜੀਭ ਬਚੀ ਰਹਿੰਦੀ ਹੈ ਵਿੱਚ, ਇਹ ਕੈਂਚੀ ਦੇ ਵਿੱਚ ਪੂਰੇ ਕੜਕ ਕੜਕ ਦੰਦ ਕਰਦੇ ਆ, ਇੱਕ ਇੱਕ ਚੀਜ਼ ਜਿਹੜੀ ਆ, ਅਖਰੋਟ ਮੋਟੇ ਮੋਟੇ ਜਿਹੜੇ ਬਦਾਮ ਤੱਕ ਭੰਨ ਦਿੰਦੇ ਆ, ਔਰ ਜੀਭ ਦੇਖੋ ਕਿਸ ਤਰ੍ਹਾਂ ਬਚ ਕੇ ਰਹਿੰਦੀ ਹੈ। ਕੰਨੀ ਸੁਰਤ ਸਮਾਏ, ਔਰ ਕੰਨਾਂ ਦੇ ਵਿੱਚ ਦੇਖੋ ਸੁਣਨ ਦੀ ਕਿੰਨੀ ਸੋਹਣੀ ਸ਼ਕਤੀ ਪਾ ਕੇ ਭੇਜੀ ਹੈ ਮਾਲਕ ਪਰਮਾਤਮਾ ਨੇ। ਕਿੰਨੇ ਸੋਹਣੇ ਜਿਹੜੇ ਹੈਗੇ ਆਪਣੇ ਕੋਲ ਜਿਹੜੀ ਹੈਗੀ ਪਾਵਰ ਆ, ਸੁਰਤ ਦਾ ਮਤਲਬ ਪਾਵਰ, ਕੰਨਾਂ ਦੀ ਸੁਣਨ ਦੀ ਪਾਵਰ। ਜਿਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀ ਦੇਖੇ ਜਿਹਵਾ ਬੋਲੇ, ਕੰਨੀ ਸੁਰਤ ਸਮਾਏ। ਪੈਰੀ ਚੱਲੇ, ਪੈਰਾਂ ਦੇ ਨਾਲ ਦੇਖੋ ਚੱਲਣ ਵਾਸਤੇ ਦੋ ਪੈਰ ਦਿੱਤੇ ਮਾਲਕ ਪਰਮਾਤਮਾ ਨੇ। ਹੱਥੀ ਕਰਨਾ, ਹੱਥ ਕੰਮ ਕਰਨ ਵਾਸਤੇ ਦਿੱਤੇ ਹੋਏ ਆ, ਹੱਥ ਕੰਮ ਕਰਨ ਵਾਸਤੇ ਦਿੱਤੇ, ਪੈਰ ਚੱਲਣ ਵਾਸਤੇ ਦਿੱਤੇ ਆ। ਨਹੀਂ ਚੱਲਾਂਗੇ ਤੇ ਬਿਮਾਰ ਹੋ ਜਾਵਾਂਗੇ। ਹੱਥੀ ਕੰਮ ਨਹੀਂ ਕਰਾਂਗੇ ਤੇ ਬਿਮਾਰੀਆਂ ਆ ਜਾਣਗੀਆਂ। ਪੈਰੀ ਚੱਲੇ, ਹੱਥੀ ਕਰਨਾ, ਦਿੱਤਾ ਪੈਨੇ ਖਾਏ। ਔਰ ਜੋ ਕੁਛ ਮਾਲਕ ਆਪਾਂ ਲੈ ਰਹੇ हैं, ਖਾ ਰਹੇ हैं, ਇਹ ਸਾਰਾ ਦਾ ਸਾਰਾ ਜੋ ਵੀ ਪਦਾਰਥ ਹੈਗੇ, ਜੋ ਹੰਡਾ ਰਹੇ हैं, ਖਾ ਰਹੇ हैं, ਪੀ ਰਹੇ हैं, ਜੋ ਕੁਛ ਵੀ ਕਰ ਰਹੇ हैं, ਇਹ ਸਾਰਾ ਦਾ ਸਾਰਾ ਉਸ ਮਾਲਕ ਪਰਮਾਤਮਾ ਦੀ ਦਾਤ ਹੈਗੀ ਆ। ਇਹਦੇ ਐਵਜ 'ਚ ਮਾਲਕ ਨੇ ਕੁਛ ਨਹੀਂ ਲਿਆ ਆਪਣੇ ਕੋਲੋਂ। ਪੈਰੀ ਚੱਲੇ, ਹੱਥੀ ਕਰਨਾ, ਦਿੱਤਾ ਪੈਨੇ ਖਾਏ। ਫਿਰ ਦੇਖੋ ਹੁਣ ਆ ਗਈ ਪ੍ਰੋਬਲਮ। ਜਿਨੇ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ। ਕਹਿੰਦੇ ਜਿਨੇ ਰਚਿਆ ਆ, ਜਿਨੇ ਇੱਕ ਇੱਕ ਪਾਰਟ ਲਗਾਇਆ ਆ, ਜਿਨੇ ਇੰਨੇ ਕੀਮਤੀ ਜਿਹੜੇ ਹੈਗੇ ਆਪਣੇ ਅੰਦਰ ਜਿਹੜਾ ਹੈਗਾ ਆਪਣੇ ਅੰਗ ਹੈਗੇ ਆ, ਔਰ ਇੰਨਾ ਆਪਣਾ ਯੂਸ ਹੈਗਾ, ਇਹਨਾਂ ਦੇ ਨਾਲ ਹੀ ਆਪਾਂ ਜਿਹੜੇ ਪਦਾਰਥ ਭੋਗਦੇ ਆ। ਜਿਹਨੇ ਰਚਿਆ ਤਿਸੇ ਨਾ ਜਾਣੇ, ਉਹਨੂੰ ਨਹੀਂ ਜਾਣਦਾ, ਉਹਦਾ ਕੋਈ ਥੈਂਕਸ ਨਹੀਂ ਆ। ਉਹ ਮਾਲਕ ਪਰਮਾਤਮਾ ਦੇ ਵੱਲ ਇੱਕ ਸਵਾਸ ਵੀ ਲਾਉਣਾ ਪਸੰਦ ਨਹੀਂ ਕਰਦੇ ਆਪਾਂ। ਕਹਿੰਦੇ ਅੰਧਾ ਅੰਧ ਕਮਾਏ। ਕਹਿੰਦੇ ਇਹ ਤਾਂ ਫਿਰ ਅੰਨਾਪੁਣਾ ਹੋ ਗਿਆ ਭਾਈ, ਇਹ ਤਾਂ ਅੰਨਾ, ਇਹਨੂੰ ਪਤਾ ਹੀ ਨਹੀਂ ਹੈ ਕੀ ਕਰਨਾ ਹੈ ਭਾਈ। ਇਹ ਤਾਂ ਜਿਹੜਾ ਹੈਗਾ ਜਿਹਨੇ ਦਿੱਤਾ ਹੈ ਉਸ ਨੂੰ ਹੀ ਜਿਹੜਾ ਹੈਗਾ ਇੰਨਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਵਾਈਟ ਬਲੱਡ ਹੋ ਗਿਆ ਭਾਈ, ਇੰਨਾ ਹਰਾਮਖੋਰ ਹੋ ਗਿਆ। ਜਿਸ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਬਣਾਇਆ ਆ ਸਾਰਾ ਕੁਛ, ਔਰ ਉਹਨੂੰ ਉਹਦੇ ਬਾਰੇ ਹੀ ਨਹੀਂ ਪਤਾ। ਔਰ ਦੂਸਰੀ ਚੀਜ਼ ਜਿਹੜੀ ਹੈਗੀ, ਜਿਹੜੇ ਕੰਮ ਵਾਸਤੇ ਭੇਜਿਆ ਉਹ ਕੰਮ ਦਾ ਵੀ ਨਹੀਂ ਪਤਾ। ਅੰਧਾ ਅੰਧ ਕਮਾਏ, ਉਹ ਕੀ ਕਰਦਾ ਹੈ? ਅੰਨਿਆਂ ਵਾਂਗੂ ਜਿਹੜਾ ਹੈਗਾ ਇੱਥੇ ਸਮਾਂ ਬਤੀਤ ਕਰਦਾ ਹੈ, ਅੰਨਿਆਂ ਵਾਂਗੂ ਕਮਾਈ ਕਰਦਾ। ਝੂਠ ਦੀ ਕਮਾਈ, ਮਾਇਆ ਦੀ ਕਮਾਈ, ਪਦਾਰਥਾਂ ਦੀ ਕਮਾਈ ਜਿਹੜੀ ਇੱਥੇ ਦੇ ਇੱਥੇ ਹੀ ਖਤਮ ਹੋ ਜਾਂਦੀ ਹੈ, ਇੱਥੇ ਦੇ ਇੱਥੇ ਹੀ ਰਹਿ ਜਾਂਦੀ ਹੈ ਸਾਰੀ ਦੀ ਸਾਰੀ। ਜਿਹਨੂੰ ਮਾਇਆ ਨੂੰ ਲਿਜਾ ਹੀ ਨਹੀਂ ਸਕਦਾ। ਆਪਾਂ ਸਿਰਫ ਪਹਾੜਾ ਹੈ ਭਾਈ, ਆਪਾਂ ਨੂੰ ਜਿਹੜਾ ਹੈਗਾ ਪਹਾੜੀ ਕੋ ਪਹਾੜਾ ਮਿਲਿਆ। ਮਾਇਆ ਜਿੰਨੀ ਮਰਜ਼ੀ ਕਮਾ ਲਓ, ਆਪਾਂ ਨੇ ਜਿੰਨੀ ਯੂਜ਼ ਕੀਤੀ ਆ ਉਹੀ ਆਪਣੇ ਲੇਖੇ 'ਚ ਆ। ਬਾਕੀ ਸਾਰੀ ਦੀ ਸਾਰੀ ਜਿਹੜੀ ਹੈਗੀ ਉਹ ਮਾਇਆ ਜਿਹੜੀ ਆ ਉਹ ਜਿਹੜੀ ਹੈਗੀ ਜੰਪ ਮਾਰ ਕੇ ਹੋਰ ਕਿਤੇ ਚਲੇ ਜਾਂਦੀ। ਜਿਨੇ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ। ਜਾਂ ਭੱਜੇ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਔਰ ਜਦ ਫਿਰ ਜਿਹੜਾ ਹੈਗਾ ਭਾਂਡਾ ਫੁੱਟਦਾ ਆ ਤੇ ਕਹਿੰਦੇ ਠੀਕਰੀਆਂ ਹੋ ਜਾਂਦੀਆਂ। ਫਿਰ ਨਹੀਂ ਜੋੜ ਸਕਦੇ ਪਾਏ। ਜੇ ਮਰਜ਼ੀ ਡਾਕਟਰ ਵੈਦ ਲੁਕਮਾਨ ਲਿਆਓ, ਘਾੜਤ ਘੜੀ ਨਾ ਜਾਏ। ਦੁਬਾਰਾ ਨਹੀਂ ਬਣਾਇਆ ਜਾ ਸਕਦਾ, ਕੋਈ ਵੀ ਦੁਨੀਆ 'ਚ ਨਹੀਂ ਬਣਾ ਸਕਦਾ ਪਾਏ। ਨਾਨਕ ਗੁਰ ਬਿਨ ਨਾਹੇ ਪਤ। ਹੁਣ ਮਹਾਰਾਜ ਸਰਟੀਫਾਈ ਕਰ ਰਹੇ ਆ, ਬਿਲਕੁਲ ਲਕੀਰ ਖਿੱਚ ਰਹੇ ਆ। ਕਹਿੰਦੇ ਗੁਰੂ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਨਾਹੇ ਪਤ, ਇੱਜ਼ਤ ਨਹੀਂ ਹੋ ਸਕਦੀ ਪਰਮੇਸ਼ਰ ਦੇ ਦਰ ਤੇ। ਨਾਨਕ ਗੁਰ ਬਿਨ ਨਾਹੇ ਪਤ। ਇੱਥੇ ਵੀ ਦੁਨੀਆ ਦੇ ਵਿੱਚ ਵੀ ਜਿਹੜਾ ਹੈਗਾ, ਜੇ ਚਾਹੁੰਦੇ ਆਪਾਂ ਵੀ ਆਪਣੀ ਪਤ ਰਹਿ ਜਾਏ ਤੇ ਭਾਈ ਉਹ ਵੀ ਗੁਰੂ ਤੋਂ ਬਗੈਰ ਨਹੀਂ ਰਹਿ ਸਕਦੀ। ਗੁਰੂ ਦੱਸੂਗਾ ਭਾਈ ਕਿਸ ਤਰੀਕੇ ਦੇ ਨਾਲ ਤੇਰੀ ਲੋਕ ਔਰ ਪਰਲੋਕ ਦੇ ਵਿੱਚ ਪਤ ਰਹਿਣੀ ਆ। ਨਾਨਕ ਗੁਰ ਬਿਨ ਲੱਗ ਗਿਆ, ਇਸ ਕਰਕੇ ਗੁਰੂ ਦੇ ਰਾਰੇ ਦਾ ਔਂਕੜ ਚਲੀ ਗਈ। ਗੁਰੂ ਤੋਂ ਬਗੈਰ। ਗੁਰੂ ਕੌਣ ਆ? ਜਿਨ੍ਹਾਂ ਨੇ ਜਿਹੜੀ ਬੂੰਦ ਸਾਗਰ ਦੇ ਵਿੱਚ ਪਹੁੰਚ ਗਈ ਹੈ, ਉਹ ਹੈ ਗੁਰੂ। ਉਸ ਤੋਂ ਥੱਲੇ ਗੁਰੂ ਨਹੀਂ ਮੰਨਦੀ ਬਾਣੀ ਕਿਸੇ ਨੂੰ। ਉਸ ਤੋਂ ਥੱਲੇ ਜਿਹੜੇ ਹੈਗੇ ਆਪਣੇ ਉਹ ਸੰਗੀ ਸਾਥੀ ਜਿਹੜੇ ਹੈਗੇ ਆ ਉਹ ਹੋ ਸਕਦੇ ਆ, ਆਪਾਂ ਤੋਂ ਕਿੰਨੇ ਅੱਗੇ ਹੋ ਸਕਦੇ ਆ,
ਪਰ ਗੁਰੂ ਉਹ ਹੈਗਾ ਜਿਹੜਾ ਕਿ ਪਾਏ ਜਿਹੜੀ ਬੂੰਦ ਸਾਗਰ ਦੇ ਵਿੱਚ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਓ। ਜਿਹਨੇ ਜਾਣ ਲਿਆ, ਜਿਹਨੇ ਉਹ ਮਾਲਕ ਪਰਮਾਤਮਾ ਜਿਹਦੇ ਅੰਦਰ ਪ੍ਰਗਟ ਹੈਗਾ, ਨਾਨਕ ਗੁਰ ਬਿਨ ਨਾਹੇ ਪਤ, ਕਹਿੰਦੇ ਉਸ ਤੋਂ ਬਗੈਰ ਪਤ ਨਹੀਂ ਆ ਪਾਏ, ਉਸ ਤੋਂ ਬਗੈਰ ਪਤ ਨਹੀਂ ਹੋਏਗੀ। ਔਰ ਪਤ ਬਿਨ ਪਾਰ ਨਾ ਪਾਏ। ਔਰ ਜੇ ਪਤ ਨਹੀਂ ਹੈ ਤੇਰੇ ਕੋਲ, ਗੁਰੂ ਨਹੀਂ ਹੈਗਾ ਤੇਰੇ ਕੋਲ, ਸਹੀ ਜਿਹੜਾ ਹੈਗਾ ਬ੍ਰਹਮ ਗਿਆਨ ਨਹੀਂ ਹੈਗਾ, ਤੇ ਭਾਈ ਸੰਸਾਰ ਸਮੁੰਦਰ ਤੋਂ ਤੂੰ ਪਾਰ ਨਹੀਂ ਜਾ ਸਕਦਾ। ਇਸੇ ਵਿੱਚ ਜਿਹੜਾ ਹੈਗਾ ਕੋਲੂ ਦੇ ਮੈਲ ਵਾਂਗੂ ਇੱਕ ਜੂਨੀ ਇੱਕ ਤੋਂ ਦੂਸਰੀ, ਦੂਸਰੀ ਤੋਂ ਤੀਸਰੀ, ਇਸ ਤਰੀਕੇ ਦੇ ਨਾਲ ਮਨੁੱਖ ਜੂਨ ਪਾਉਂਦਾ ਰਹੇਗਾ ਔਰ ਇਹਨੂੰ ਗਵਾਉਂਦਾ ਰਹੇਗਾ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਕਿੰਨਾ ਸਹੀ ਮਾਰਗ, ਕਿੰਨਾ ਸਹੀ ਗਿਆਨ ਦੇ ਕੇ ਗਏ। ਸਭ ਤੋਂ ਪਹਿਲਾਂ ਦੇਖੋ ਇੱਕ ਗੱਲ ਕਲੀਅਰ ਕੀਤੀ ਉਹਨਾਂ ਨੇ। ਕਈ ਲੋਕ ਕਹੀ ਜਾਂਦੇ ਆ ਕਿ ਆਤਮਾ ਮਲੀਨ ਹੋ ਜਾਂਦੀ ਹੈ। ਕਈ ਇੱਥੇ ਆਪਣੇ ਪੰਜਾਬ 'ਚ ਕਾਫੀ ਧਰਮ ਨੇ, ਮਸ਼ਹੂਰ ਨੇ। ਆਹ ਦੇਖ ਲਓ ਕੀ ਕਹਿੰਦੇ ਨੇ। ਉਹ ਕਹਿੰਦੇ ਜੀਓ ਪਾਇਆ ਵਾ, ਆਤਮਾ ਨਹੀਂ ਜਪਾਈ। ਨਿੱਜਾ ਸਾਹਿਬ ਦੇਖੀ ਜੀ, ਨੋਟਿਸ ਕੀਤੀ? ਬਿਲਕੁਲ, ਇਹ ਬੜੀ ਟੈਕਨੀਕਲ ਗੱਲ ਹੈਗੀ ਜੀ। ਜੀਓ ਪਾਇਆ ਵਾ ਤਨ ਦੇ ਵਿੱਚ, ਜੀਵ ਪ੍ਰਕਿਰਤੀ ਤੋਂ ਬਾਅਦ ਜੀਵ ਆਉਂਦਾ, ਆਤਮਾ ਨਹੀਂ ਹੁੰਦੀ। ਨਾ ਆਤਮਾ ਕਿਤੇ ਜਾਂਦੀ ਤੇ ਨਾ ਹੀ ਆਤਮਾ ਕਿਤੇ ਪਾਈ ਜਾਂਦੀ। ਇਹ ਜੀਵ ਹੁੰਦਾ, ਜੀਵ ਹੀ ਭਟਕਦਾ ਹੈ, ਆਤਮਾ ਨਹੀਂ ਭਟਕਦੀ। ਆਤਮਾ ਨੇ ਕਿੱਥੇ ਭਟਕਣਾ? ਆਤਮਾ ਕੋਈ ਜਗ੍ਹਾ ਹੀ ਨਹੀਂ ਗੀ ਭਟਕਣ ਵਿੱਚ। ਭਟਕਣ ਵਾਸਤੇ ਕੋਈ ਜਗ੍ਹਾ ਚਾਹੀਦੀ ਨਾ। ਕੋਈ ਜੀਵ ਹੀ ਭਟਕ ਸਕਦਾ ਉਹ ਆਤਮਾ ਦੇ ਵਿੱਚ। ਤੇ ਆਤਮਾ ਤੇ ਸਰਵ ਵਿਆਪਕ ਆ, ਇਸ ਕਰਕੇ ਉਹ ਭਟਕਦੀ ਨਹੀਂ। ਉਹਦੇ ਅੰਦਰ ਤੇ ਸਭ ਕੁਛ। ਕਹਿੰਦੇ ਆ ਕਿ ਜੀਵ ਪਾਇਆ ਵਾ ਸਾਜਿਆ ਵਨ। ਸਾਜਿਆ ਮਤਲਬ ਬਹੁਤ ਜ਼ਿਆਦਾ ਮੇਕਅਪ ਕੀਤਾ, ਉਹਨੂੰ ਖੂਬਸੂਰਤ ਕੀਤਾ। ਤੁਸੀਂ ਦੇਖੋ ਤੁਹਾਡਾ ਰੂਪ ਔਰਤ ਨੂੰ ਕਿੱਦਾਂ ਸ਼ਿੰਗਾਰਿਆ, ਮਰਦ ਨੂੰ ਕਿੱਦਾਂ ਸ਼ਿੰਗਾਰਿਆ। ਇਸੇ ਤਰ੍ਹਾਂ ਵੇਖੋ ਔਰਤ ਫੀਮੇਲ ਕੁੱਕੜੀ, ਮੇਲ ਕੁੱਕੜ, ਮੇਲ ਸ਼ੇਰ, ਫੀਮੇਲ ਸ਼ੇਰਨੀ, ਸਾਰੀਆਂ ਚੀਜ਼ਾਂ ਨੂੰ ਸ਼ਿੰਗਾਰਿਆ ਉਹਨੇ। ਇੱਥੋਂ ਤੱਕ ਬੋਰਡ ਵੀ ਹੈਗੇ ਤੇ ਨਿੱਜਰ ਸਾਹਿਬ ਬੋੜੀ ਵੀ ਹੈਗੀ ਹੈ। ਇਹ ਬੜੀ ਵੱਡੀ ਗੱਲ ਆ। ਇੱਕ ਤੇ ਬੋਰਡ ਹੁੰਦਾ ਨਾ, ਇੱਕ ਪਿੱਪਲ, ਇੱਕ ਪਿਪਲੀ। ਇਸੇ ਤਰ੍ਹਾਂ ਹਰ ਚੀਜ਼ ਚ ਉਸ ਸ਼ਕਤੀ ਨੇ ਉਹਨਾਂ ਨੂੰ ਬਣਾਇਆ, ਫਿਰ ਬੜਾ ਖੂਬਸੂਰਤ ਬਣਾਇਆ। ਔਰ ਇੰਨਾ ਖੂਬਸੂਰਤ, ਇੰਨੀ ਜ਼ਿਆਦਾ ਡੈਕੋਰੇਸ਼ਨ, ਉਹਦਾ ਤੋੜ ਨਹੀਂ ਹੈਗਾ। ਸਾਡੀ ਬੋਡੀ ਨੂੰ ਜਿੰਦਾ ਰੱਖਣ ਦੇ ਲਈ ਪਤਾ ਨਹੀਂ ਕਿੱਡੀ ਵੱਡੀ ਅੰਦਰ ਫੈਕਟਰੀ ਚੱਲਣ ਦੀ ਹੈ। ਤੇ ਪਰ ਬੰਦੇ ਨੂੰ ਨਹੀਂ ਪਤਾ ਇੱਥੇ ਕੋਈ ਰੱਬ ਨੇ ਬਣਾਈ। ਉਹ ਕਹਿੰਦਾ ਪਤਾ ਨਹੀਂ ਬੰਦੇ ਆਪੇ ਆਊਗੇ ਜੰਗਲਾਂ 'ਚ। ਹੁਣ ਜੰਗਲਾਂ 'ਚ ਕਿੱਥੋਂ ਆਏ ਇਹ ਨਹੀਂ ਪਤਾ ਉਹਨੂੰ, ਪਰ ਮੰਨਦਾ ਹੈਗਾ। ਧਰਤੀ ਹਵਾ 'ਚ ਖਲੋਤੀ ਹੈ, ਕਹਿੰਦਾ ਨਹੀਂ ਇਹ ਆਪੇ ਆਊਗੀ, ਪਤਾ ਨਹੀਂ ਕਿੱਥੋਂ ਆ ਗਈ। ਧਰਤੀ ਘੁੰਮ ਰਹੀ ਹੈ, ਸੂਰਜ ਚੜ੍ਹਦਾ, ਸੂਰਜ ਡੁੱਬ ਜਾਂਦਾ। ਕਿੰਨਾ ਤਕੜਾ ਮੈਕੈਨਿਜ਼ਮ। ਪਰ ਕਿਸੇ ਬੰਦੇ ਨੂੰ ਕਹੋ ਰੱਬ ਹੈਗਾ, ਉਹ ਕਹਿੰਦੇ ਰੱਬ ਰੂਪ ਕੋਈ ਨਹੀਂ ਹੈਗਾ, ਇਹ ਐਵੇਂ ਹੀ ਆਊਗੀ। ਇੱਥੋਂ ਤੱਕ ਆਏ। ਹੁਣ ਇੱਕ ਸਾਇੰਟਿਸਟ ਸੀ, ਉਹ ਜਿਹੜਾ ਕਹਿੰਦਾ ਸੀ ਜਿੰਨੇ ਬਲੈਕ ਹੋਲ ਜੇ ਉਹ ਥੋੜੀਆਂ ਗੱਲਾਂ ਬਾਤਾਂ ਕੀਤੀਆਂ, ਤੇ ਉਹ ਵੀ ਕਹਿ ਕੇ ਗਿਆ ਕਿ ਰੱਬ ਰੂਪ ਕੋਈ ਨਹੀਂ ਹੈਗਾ। ਦੇਖੋ ਮਾਇਆ ਕਿੰਨੀ ਪਾਵਰਫੁਲ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ ਨਾ, ਕਿਉਂਕਿ ਉਹਦੀ ਪਹੁੰਚ ਜਿਹੜੀ ਸੀ, ਸਾਇੰਟਿਸਟ ਸੀ, ਉਹ ਕੇਵਲ ਵਿਜ਼ੂਅਲ ਚੀਜ਼ਾਂ ਨੂੰ ਹੀ ਦੇਖ ਸਕਦਾ ਸੀ। ਬਿਗ ਬੈਂਗ ਦੀ, ਦੇ ਵਿੱਚ ਬਿਗ ਬੈਂਗ ਦੀ ਗੱਲ ਕਰ ਰਹੇ। ਬਿਗ ਬੈਂਗ, ਹਾਂ ਬਿਗ ਬੈਂਗ ਕਹਿ ਲਓ। ਨਿੱਜਾ ਸਾਹਿਬ ਹੁਣੇ ਨੀ ਹੈਗਾ ਜਿਹੜਾ ਸਕੂਟਰੀ ਜੀ ਚ ਰਹਿੰਦਾ ਹੈ, ਨਿੱਕੀ ਜੀ, ਉਹ ਵੀਲ ਚੇਅਰ ਜੀ ਸੀ, ਉਹਦੇ ਤੇ ਉਹਨੇ ਸਾਰੀ ਜ਼ਿੰਦਗੀ ਕੱਢੀ ਸੀ ਉਹਨੇ ਸਾਰੀ ਆਪਣੀ। ਹਾਂ ਹੁਣੇ ਥੋੜੇ ਸਮੇਂ ਸਟੀਵਨ ਹੌਕ, ਹਾਂ ਉਹੀ। ਉਹ ਕਹਿੰਦੇ ਨਹੀਂ ਕੋਈ ਨਹੀਂ, ਉਹ ਚਲੋ ਉਹ ਆਪੋ ਆਪਣੀ ਮਰਜ਼ੀ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹ ਦੇਖ, ਇਹ ਸਭ ਕੁਝ ਆਪਣੇ ਆਪ ਨਹੀਂ ਪੈਦਾ ਹੋਇਆ। ਇੱਕ ਇੱਕ ਚੀਜ਼ ਪ੍ਰੋਪਰ ਮੈਜਰਮੈਂਟ ਨਾਲ ਬਣੀ ਆ। ਤੂੰ ਉਹ ਚੀਜ਼ ਨੂੰ ਸਮਝ। ਇਹ ਚੀਜ਼ ਐਵੇਂ ਨਾ ਵੀ ਅੱਖਾਂ ਬੀਤ ਕੇ, ਅੱਖਾਂ ਬੰਦ ਕਰਕੇ ਆਪਣਾ ਜੀਵਨ ਬਤੀਤ ਕਰ। ਤੂੰ ਬੀ ਕੇਅਰਫੁਲ। Everything is designed by somebody.
ਉਹ ਜਿਹਨੇ ਡਿਜ਼ਾਈਨ ਕੀਤਾ ਤੂੰ ਉਹਨੂੰ ਛੱਡਤਾ। ਬਿਲਕੁਲ। ਹਾਂ, ਮੂਰਤੀ ਬਣਾਈ ਹੈ, ਕਿੱਥੋਂ ਆਈ ਮੂਰਤੀ? ਮੂਰਤੀਕਾਰ ਨੇ ਬਣਾਈ ਆ। ਤੇ ਮੂਰਤੀਕਾਰ ਕਿੱਥੋਂ ਆਇਆ? ਇਹ ਉਸ ਮੂਰਤੀਕਾਰ ਨੇ ਬਣਾਇਆ। ਇਹ ਗੁਣ ਕਿੱਥੋਂ ਆਏ ਸਾਡੇ ਚ? ਪੇਂਟਿੰਗ, ਆਰਕੀਟੈਕਟ, ਮੈਥਮੈਟਿਕਸ, ਕੌਣ ਦੇ ਕੇ ਗਿਆ ਹੈ? ਇਹ ਸਭ ਗੁਣ ਪ੍ਰਮਾਤਮਾ ਦੇ ਆ। ਉਹ ਸਾਡੇ ਕੋਲ ਥੋੜੇ ਥੋੜੇ ਹੈਗੇ ਆ। ਚਿੱਤਰਕਾਰੀ ਆਪਾਂ ਕੀ ਕਰਦੇ ਪਏ ਆ? ਉਹ ਕਲਾਕਾਰੀ ਕਿੱਥੋਂ ਆਈ ਆ? ਸੰਗੀਤ ਕਿੱਥੋਂ ਆਇਆ? ਸਭ ਰੱਬ ਤੋਂ ਆਇਆ। ਗਾਇਕੀ ਲਿਖਣ ਵਾਲਾ ਕੋਈ ਹੋਰ ਆ, ਬੋਲਣ ਵਾਲਾ ਕੋਈ ਹੋਰ ਆ, ਸੁਣਨ ਵਾਲਾ ਨਿੱਜੇ ਸਭ ਕੋਈ ਹੋਰ ਆ। ਜਿਹੜੇ ਉਹ ਮਿਊਜ਼ਿਕ ਭਰਦੇ ਆ, ਕੋਈ ਤਬਲਾ ਵਜਾਉਂਦੇ ਆ, ਕੋਈ ਸਰੰਗੀ ਵਜਾ ਰਿਹਾ, ਕੋਈ ਹੋਰ ਨਵੇਂ ਨਵੇਂ ਇੰਸਟਰੂਮੈਂਟ ਆਏ ਨੇ, ਕਿੱਥੋਂ ਆਏ ਨੇ? ਵੈਸੇ ਜਿਹੜਾ ਮਿਊਜ਼ਿਕ ਹੈ ਇਹ ਖੋਜ ਜਿਹੜੀ ਹੈ ਸੰਤਾਂ ਦੀ ਆ। ਠੀਕ ਹੈ, ਹੁਣ ਆਪਾਂ ਇੱਥੇ ਚੀਜ਼ ਨੂੰ ਸਮਝੀਏ। ਠੀਕ ਹੈ, ਥੋੜੀ ਪ੍ਰਕਿਰਤੀ ਦੀ ਗੱਲ ਕੀਤੀ ਆਪਾਂ, ਅੱਗੇ ਫਿਰ ਵਾਪਸ ਆ ਜਾਂਦੇ ਆ। ਫਿਰ ਕਈ ਜੇਬਾ ਬੋਲੇ ਕੰਨੀ ਸੁਰਤ ਸਮਾਏ, ਕਹਿੰਦੇ ਕਿ ਤੇਰੀ ਅੱਖਾਂ ਦੇਖਦੀਆਂ ਨੇ। ਇਹ ਕੈਮਰਾ ਕਿੰਨੇ ਫਿੱਟ ਕੀਤਾ? ਤੇਰੇ ਮਨ ਚ ਨਹੀਂ ਆਉਂਦਾ ਕਿਤੇ? ਤੂੰ ਨਹੀਂ ਵਿਚਾਰ ਕਰਦਾ? ਬੰਦਾ ਨਹੀਂ ਵਿਚਾਰ ਕਰਦਾ। ਬੰਦਾ ਸੋਚਦਾ ਹੈ, ਸੁੱਤਾ ਹੀ ਜੰਮਦਾ, ਸੁੱਤਿਆ ਹੀ ਮਰ ਜਾਂਦਾ, ਇਹਨੂੰ ਨਹੀਂ ਪਤਾ ਲੱਗਦਾ। ਜੀਭਾ ਬੋਲੇ, ਇਹ ਕਲਾ ਤੈਨੂੰ ਨਹੀਂ ਪਤਾ ਕਿਹਨੇ ਦਿੱਤੀ ਹੈ? ਤੂੰ ਕਿੱਦਾਂ ਬੋਲਦਾ ਹੈ? ਕਿੰਨੇ ਅੱਖਰ ਤੇਰੇ ਅੰਦਰ ਸਟੋਰ ਹੁੰਦੇ ਨੇ? ਜਿਹੜਾ ਵੀ ਅੱਖਰ ਤੂੰ ਬੋਲਦਾ ਹੈ ਪਹਿਲਾਂ ਤੇਰੇ ਅੰਦਰ ਚੱਲਦਾ ਹੈ, ਫਿਰ ਤੂੰ ਬੋਲਦਾ ਹੈ। ਇਹ ਅੰਦਰ ਸੈਟਿੰਗ ਕੌਣ ਕਰਦੇ ਆ? ਤੇਰੇ ਅੱਖਰਾਂ ਦੀ। ਕਿੱਦਾਂ ਇੱਕ ਇੱਕ ਚੀਜ਼ ਨਿਕਲਦੀ ਹੁੰਦੀ, ਵਿੱਚ ਤੂੰ ਸਾਹ ਵੀ ਲਈ ਜਾਂਦਾ, ਵਿੱਚ ਤੂੰ ਖਾਣਾ ਖਾਈ ਜਾਂਦਾ ਵਾ, ਕੋਈ ਕਰੀ ਜਾਂਦਾ, ਸਕੂਟਰ ਚਲਾਈ ਜਾਂਦਾ ਵਾ, ਕਾਰ ਚਲਾਈ ਜਾਂਦਾ, ਰੋਟੀਆਂ ਬਣਾਈ ਜਾਂਦਾ ਵਾ। ਜਿਹੜਾ ਤੇਰੇ ਅੰਦਰ ਪੁਰਜਾ ਵਾ ਉਹ ਕਿੰਨਾ ਪਾਵਰਫੁਲ ਪੁਰਜਾ। ਠੀਕ ਹੈ ਜੀ। ਔਰ ਤੈਨੂੰ ਇਹ ਪਤਾ ਹੈ 500 ਬੰਦੇ ਨੂੰ ਤੂੰ ਮਿਲਿਆ, ਤੈਨੂੰ ਇਹ ਪਤਾ ਕਿ ਇਹਦੇ ਨਾਲ ਕਿਹੜੀ ਕਿਹੜੀ ਗੱਲ ਹੋਈ ਆ। ਕੈਸੀ ਮਸ਼ੀਨ ਹੋਊਗੀ ਨੇ ਸਭ ਅੰਦਰ। ਜਿਹੜੀ ਚਮਤਕਾਰ ਚੀਜ਼, ਕੋਈ ਮਕੈਨੀਕਲ ਮਸ਼ੀਨ ਥੋੜੀ ਹੈ। ਚਲ ਮਾਸ ਦਾ ਪੀਸ ਜੇ ਤੇ ਹੈਗਾ ਅੰਦਰ, ਜੀ ਦੇ ਅੰਦਰ ਹੀ ਹੈ ਸਭ ਕੁਝ। ਔਰ ਦੇਖ ਲਓ ਕੋਈ ਇਸ ਤਰ੍ਹਾਂ ਦਾ ਜਿਹੜਾ ਹੈ ਨੀਗਾ ਕਿ ਕੋਈ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਸਰਕਿਟ ਫਿੱਟ ਹੋਇਆ ਬਈ, IC ਲੱਗੇ ਹੋਏ ਆ ਜਾਂ ਟਰਾਂਜਿਸਟਰ ਲੱਗੇ ਹੋਏ ਆ, ਫਲਿਪ ਫਲਾਪ ਲੱਗੇ ਹੋਏ, ਕੀ ਲੱਗਿਆ ਅੰਦਰ ਪਾਏ? ਦੇਖੋ ਮਾਸ ਦੇ ਨਾਲ ਹੀ ਉਹਨੇ ਜਿਹੜਾ ਹੈਗਾ ਸਾਰਾ ਦਾ ਸਾਰਾ ਹਾਰਡ ਡਰਾਈਵ ਬਣਾਈ ਹੋਈ ਹੈ, ਔਰ ਸਾਰੀ ਦੀ ਸਾਰੀ ਮੈਮੋਰੀ ਹੈਗੀ, ਸਾਰਾ ਕੁਝ ਸਟੋਰੇਜ ਮਾਸ ਦੇ ਨਾਲ ਹੀ ਕੀਤਾ ਹੋਇਆ। ਕਮਾਲ ਦਾ ਖੇਡ। ਜਿਹੜੇ ਰਡਾਰ ਰਡੂਰ ਆਪਾਂ ਯੂਜ਼ ਕਰਦੇ ਨਾ ਜਹਾਜ਼ਾਂ 'ਚ, ਹਾਂਜੀ, ਚਿੜੀਆਂ 'ਚ ਵੀ ਹੈਗੇ ਆ। ਹਾਂ, ਇੱਥੋਂ ਤੱਕ ਚਿੜੀਆਂ ਛੱਡੋ, ਤੁਹਾਡੇ ਏਅਰ 'ਚ ਹੈਗੇ ਜੋ, ਤਿਤਲੀਆਂ 'ਚ, ਮੱਛਰਾਂ 'ਚ ਹੈਗੇ ਜੋ, ਮੱਖੀਆਂ 'ਚ ਹੈਗੇ ਜੋ। ਕਰੋ ਗੱਲ। ਟਕਰਾਉਣੀਆਂ ਕੋਈ ਨਹੀਂ ਮੱਖੀਆਂ, ਉਹਨਾਂ ਨੂੰ ਪਤਾ ਵਾ ਕਿ ਅਗਲੇ ਬੰਨੇ ਉਹਨਾਂ ਦੀ ਸੈਂਸ ਹੈਗੀ ਆ। ਉਹ ਇੰਨਾ ਪਤਾ ਕਿ ਕਿਹੜੀ ਕਿਹੜੀ ਮੱਖੀ ਆ ਰਹੀ ਹੈ। ਜਸਟ ਸੋਚੋ ਕਲਾਕਾਰ ਦੀ, ਉਸ ਕਲਾਕਾਰ ਦੀ ਕਲਾਕਾਰੀ। ਠੀਕ ਹੈ ਜੀ। ਇਹ ਕਹਿੰਦੇ ਨੇ ਕਿ ਜਿਹਨੇ ਰਚਿਆ, ਜੇ ਵੇਖੋ ਜਿਹਨੇ ਰਚਿਆ ਤਿਸ ਨਾ ਜਾਣੇ ਅੰਧਾ ਅੰਧ ਕਮਾਏ। ਉਹ ਕਹਿੰਦੇ ਕਿ ਤੂੰ ਅਕਲ ਦਾ ਅੰਨਾ ਹੈ। ਇੱਕ ਤੇ ਅੱਖੋਂ ਅੰਨਾ ਹੁੰਦਾ ਬੰਦਾ ਨਾ, ਉਹ ਕਹਿੰਦੇ ਤੂੰ ਅਕਲ ਦਾ ਅੰਨਾ ਹੈ। ਜਿਹਨੇ ਰਚਨਾ ਕੀਤੀ ਹੈ, ਇੱਥੇ ਬਿਗ ਬੈਂਗ ਥਿਊਰੀ ਨਹੀਂ ਕਹਿੰਦੇ, ਰਚਨਾ ਕੀਤੀ ਹੈ ਪ੍ਰੋਪਰ, ਉਸਨੇ ਹੱਥੀਂ ਡਿਜ਼ਾਈਨਿੰਗ ਕੀਤੀ ਹੋਈ, ਉਹਦੇ ਅਦ੍ਰਿਸ਼ ਹੱਥ ਨੇ। ਉਹ ਪਤਾ ਨਹੀਂ ਉਹ ਕਿੱਦਾਂ ਬਣਾਉਂਦਾ ਹੈ, ਇਹ ਉਹੀ ਜਾਣਦਾ ਹੈ, ਅਸੀਂ ਨਹੀਂ ਜਾਣ ਸਕਦੇ, ਨਾ ਹੀ ਕੋਈ ਜਾਣ ਪਾਏਗਾ। ਕਹਿੰਦੇ ਤੂੰ ਫਿਰ ਵੀ ਅੰਨੇ ਆ, ਅਕਲ ਦੇ ਅੰਨੇ ਆ, ਤੂੰ ਦੇਖਦਾ ਨਹੀਂ ਹੈ, ਤੂੰ ਕੀ ਕਮਾਈ ਕਰ ਰਿਹਾ? ਕਮਾਈ ਦਾ ਮਤਲਬ ਕਰਮ। ਬਿਲਕੁਲ। ਤੂੰ ਅੰਨਾ, ਤੇਰੀ ਬੁੱਧੀ ਤੇ ਕਹਿੰਦੀ ਹੈ ਗਲਤ ਆ, ਤੂੰ ਫਿਰ ਵੀ ਉਹ ਕੰਮ ਕਰਦਾ। ਅੰਨੇ ਨੇ ਤਾਂ ਗੋਰਕੀ ਸਾਹਿਬ ਪੱਥਰ ਹੀ ਚੁਗਣੇ, ਅੰਨੇ ਨੇ ਕੀ ਚੁਗ ਲੈਣਾ ਹੈ? ਜਿਹਨੂੰ ਦਿਸਦਾ ਹੀ ਨਹੀਂ, ਹਨੇਰੇ ਚ ਕੀ ਚੁਗ ਲਾਂਗੇ ਆਪਾਂ ਭਾਈ? ਦੇਖੋ ਬਾਣੀ ਕੀ ਕਹਿੰਦੀ, ਬਾਣੀ ਫਿਰ ਕਹਿੰਦੀ ਜਨਤ ਵੀ ਔਗਣ ਕਰੇ, ਹੱਥ ਦੇ ਕੂਏ ਪੈਰ ਧਰੇ। ਨਹੀਂ ਪਤਾ ਲੱਗਦਾ ਮਾਇਆ ਧਾਰੀ ਆਤਨ ਨਾ ਬੋਲਾ, ਕਿਉਂਕਿ ਉਹਨੇ ਆਪਣੀਆਂ ਅੱਖਾਂ ਹੀ ਅੰਨੀਆਂ ਕਰ ਲਈਆਂ। ਬਹੁਤਾ ਰੋਲ ਕਚੋਲਾ, ਉਹਨੂੰ ਰੋਲਾ ਕਚੋਲਾ ਹੀ ਨੇ ਏਦਾਂ ਦਾ ਪਾਲਿਆ, ਐਸੀ ਚੀਜ਼ਾਂ ਅੰਦਰ ਲੈ ਗਿਆ ਉਹਨੇ ਜੀਵਨ ਦੀ ਦਿਸ਼ਾ ਹੀ ਇੱਕ ਐਸੀ ਦਿਸ਼ਾ ਵਾਲੀ ਗੱਡੀ ਮੋੜ ਲਈ ਆ। ਉਹਨੂੰ ਦਿਖਦਾ ਹੀ ਉਹ ਕੁਝ, ਉਹਨੂੰ ਨੀ ਦਿਖਦਾ ਕੋਈ ਜੀਵ ਜੂਬ, ਕੋਈ ਰੱਬ ਰੂਬ, ਕੁਛ ਨੀ ਹੈਗਾ। ਉਹ ਰੱਬ ਨੂੰ ਵੀ ਕਮਿਸ਼ਨ ਚੜਾਉਂਦਾ ਵਾ, ਲਓ ਬਾਬਾ ਜੀ 5 ਕਰੋੜ ਦੀ ਠੱਗੀ ਮਾਰੀ ਆ, ਏਦਾਂ ਕਰੋ 2 ਲੱਖ ਦਾ ਘਿਓ ਤੁਸੀਂ ਵੀ ਰੱਖ ਲਓ, ਦਰਬਾਰ ਸਾਹਿਬ ਚੜਾਊਗਾ, ਇੱਥੇ ਲੰਗਰ ਚ ਪਾ ਦੋ, ਲਓ ਜੀ ਕਰੋ ਗੱਲਾਂ। ਐਸੇ ਬੰਦੇ ਹੈ ਨੇ ਬਹੁਤ ਕੁਛ, ਏਦਾਂ ਕਰਦੇ ਨੇ। ਫਿਰ ਉਹ ਖੁਸ਼ ਹੁੰਦੇ ਕਿ ਬਾਬੇ ਨੂੰ ਵੀ ਹਿੱਸਾ ਦੇ ਦਿੱਤਾ ਨਾ, ਲਓ ਜੀ ਬਾਬਾ ਤੁਹਾਡਾ ਹਿੱਸਾ ਲੈਂਦਾ, ਨਹੀਂ ਲਊਗਾ, ਬਾਬਾ ਆਪੇ ਚੁੱਪ ਹੋ ਜਾਊਗਾ। ਠੀਕ ਹੈ ਜੀ, ਉਹ ਚਰਨਜੀਤ ਥੋੜੀ ਆ। ਅੱਛਾ ਜੀ, ਫਿਰ ਅਗਲੇ ਬੰਨੇ ਕਹਿੰਦੇ ਨੇ ਕਿ ਜਾਂ ਭੱਜੇ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਇਹਦਾ ਮਤਲਬ ਵੀ ਜਦ ਸਰੀਰ ਭੱਜ ਜਾਂਦਾ ਹੈ, ਟਾਈਮ ਖਤਮ ਹੋ ਗਿਆ, ਸਵਾਸ ਖਤਮ ਹੋ ਗਏ, ਤੇ ਫਿਰ ਠੀਕਰਾ ਹੋ ਜਾਣਾ, ਇਹਦਾ ਕੋਈ ਯੂਜ਼ ਹੀ ਨਹੀਂ ਰਹਿਣਾ।
ਬਿਲਕੁਲ ਬਿਲਕੁਲ ਜ਼ੀਰੋ ਠੀਕਰ ਹੋ ਜਾਣਾ, ਇਹਦਾ ਕੋਈ ਕੰਮ ਨਹੀਂ ਹੈਗਾ ਤੇ ਦੁਬਾਰਾ ਫਿਰ ਬਣਾਇਆ ਨਹੀਂ ਜਾ ਸਕਦਾ ਭਾਈ। ਜਿਹੜਾ ਮਰਜੀ ਸਾਇੰਟਿਸਟ, ਜਿਹੜਾ ਮਰਜੀ ਵੈਦ, ਜੋ ਮਰਜੀ ਡਾਕਟਰ ਲੈ ਆਓ। ਹਾਂਜੀ ਵੀਰ ਜੀ। ਉਹ ਤੁਹਾਡੇ ਕੈਨੇਡਾ 'ਚ ਪਈਆਂ ਨਾ ਡੈਡ ਬੋਡੀਆਂ, ਉੱਥੇ ਕਹਿੰਦੇ ਇੱਕ ਹੈਗੀ ਜਗ੍ਹਾ ਲੋਕਾਂ ਨੇ ਰੱਖੀਆਂ ਵਾ ਕਿ ਸਾਡੇ ਜਿਹੜੇ ਬੁੱਢੇ ਨੇ ਉਹਨਾਂ ਨੂੰ ਜਿੰਦਾ ਕਰੋਗੇ ਇੱਕ ਸਮਾਂ ਆਊ। ਉਹ ਮੈਂ ਕਹਿੰਦਾ ਲੋਕੀ ਜਿਉਂਦੇ ਨੂੰ ਨਹੀਂ ਸਮਝਦੇ, ਪੁੱਛਦੇ ਕਿਸੇ ਤੇ ਮਰਨ ਤੋਂ ਬਾਅਦ ਕਿਹਨੇ ਨੂੰ ਪੁੱਛਣਾ? ਉਹਨਾਂ ਦੀਆਂ ਬੋਡੀਆਂ ਤੇ ਕਿਸੇ ਨੇ ਲੈਣੀ ਵੀ ਨਹੀਂ ਜਾਣੀਆਂ। ਏਦਾਂ ਦੇ ਹਾਲਾਤ ਨੇ। ਜਿਉਂਦੇ ਬੰਦੇ ਨੂੰ ਨਹੀਂ ਲੋਕ ਪੁੱਛਣ ਦੇ। ਇੱਕ ਬੰਦਾ ਜਿਹਦੇ ਢਿੱਡ ਚੋਂ ਬੱਚਾ ਪੈਦਾ ਹੋਇਆ, ਜਿਹਨੇ ਆਪਣਾ ਦੁੱਧ ਪਿਆ ਪਿਆ ਕੇ ਉਹਨੂੰ ਵੱਡਾ ਕੀਤਾ, ਆਖਰ ਤੇ ਉਹੀ ਉਹਨੂੰ ਘਰੋਂ ਕੱਢ ਦਿੰਦਾ। ਹੁਣ ਤੁਸੀਂ ਮੈਨੂੰ ਕਹੋਗੇ ਚਰਨਜੀਤ ਝੂਠ ਹੈ, ਮੈਂ ਤੁਹਾਨੂੰ ਕੱਲ ਹੀ ਫੋਟੋ ਬਣਾ ਕੇ ਦਿਖਾ ਦਿੰਦਾ ਇੱਥੇ ਕਿੰਨੇ ਆਸ਼ਰਮ ਭਰੇ ਪਏ ਆ, ਸਾਡੇ ਤੋਂ ਜ਼ਿਆਦਾ ਤੇ ਬਾਹਰ ਦੇ ਮੁਲਕਾਂ 'ਚ। ਜਿਹੜਾ ਬੰਦਾ ਮਾਂ ਬਾਪ ਨੂੰ ਹੀ ਭੁੱਲ ਜਾਂਦਾ ਹੈ, ਆਪ ਸੋਚਦੇ ਹੋ ਰੱਬ ਕੋਲ ਜਾ ਸਕਦਾ, ਨਹੀਂ ਜਾਊਗਾ, ਉਹ ਬਿਲਕੁਲ ਨਹੀਂ ਜਾ ਸਕਦਾ। ਏਦਾਂ ਦਾ ਕ੍ਰਾਈਟੇਰੀਆ ਹੀ ਨਹੀਂ। ਜਿਹੜਾ ਪਹਿਲੀ ਕਲਾਸ 'ਚ ਫੇਲ ਹੋ ਗਿਆ ਨਿੱਜਾ ਸਭ ਅੱਗੇ ਕਿੱਦਾਂ ਵਧੂਗਾ ਦੱਸੋ ਮੈਨੂੰ? ਵੱਧ ਸਕਦਾ ਨਾ। ਉਹ ਕਹਿਣਗੇ ਕਿ ਛੱਡੋ, ਤੂੰ ਬੜਾ ਵੱਡਾ ਕੰਮ ਕੀਤਾ ਪੁੱਤ, ਪਹਿਲੀ ਕਲਾਸ 'ਚ ਤੂੰ ਫੇਲ ਹੋ ਗਿਆ, ਚੱਲ ਤੈਨੂੰ ਦੂਜੀ ਕਲਾਸ 'ਚ ਭੇਜ ਦਿੰਦੇ ਆ। ਉਹ ਕਹਿੰਦੇ ਨਹੀਂ, ਤੂੰ ਪਹਿਲਾਂ ਪਹਿਲੀ 'ਚ ਪਾਸ ਹੋ, ਫਿਰ ਤੂੰ ਦੂਜੀ 'ਚ ਜਾ ਸਕਦਾ। ਬਿਲਕੁਲ। ਜੇ ਏਦਾਂ ਨਹੀਂ ਹੋ ਸਕਦਾ ਤੇ ਫਿਰ ਪ੍ਰਮਾਤਮਾ ਦੇ ਆਪਾਂ ਰਸਤੇ 'ਚ ਏਦਾਂ ਕਿੱਦਾਂ ਸੋਚਦੇ ਆ? ਪਹਿਲੀ 'ਚ ਫੇਲ ਹੋ ਕੇ ਤੇ ਮੁੜ ਕੇ ਮੈਂ ਗੁਰਦੁਆਰੇ ਜਾ ਕੇ ਸੇਵਾ ਕਰਦਾ ਵਾਂ, ਉੱਥੇ ਮੈਂ ਹਸਪਤਾਲਾਂ 'ਚ ਲੋਕਾਂ ਦਾ ਗੂੰ ਮੰਦ ਚੁੱਕੀ ਜਾਂਦਾ ਕਿ ਜਿਹੜਾ ਬੰਦਾ ਪਹਿਲੀ ਕਲਾਸ 'ਚ ਘਰੇ ਫੇਲ ਹੋ ਗਿਆ, ਨਿੱਜਰ ਸਾਹਿਬ ਸੱਚੀ ਪ੍ਰਮਾਤਮਾ ਉਹਦੀ ਸੇਵਾ ਕਬੂਲ ਕਰੂਗਾ? ਆਪ ਮੈਨੂੰ ਜਸਟ ਇੱਕ ਕਲੀਅਰ ਜਵਾਬ ਦਿਓ। ਨਹੀਂ, ਬਿਲਕੁਲ ਨਹੀਂ ਕਰੇਗਾ ਜੀ, ਬਿਲਕੁਲ ਨਹੀਂ ਕਰੇਗਾ। ਪਰ ਆਪਾਂ ਏਦਾਂ ਕਿੱਦਾਂ ਸੋਚਦੇ? ਲੋਕੀ ਤੇ ਸੋਚਦੇ ਨਾ। ਲੋਕੀ ਤੇ ਕਹਿੰਦੇ ਪਹਿਲੀ ਨੂੰ ਛੱਡੋ, ਮੈਂ ਦੂਜੀ 'ਚ ਪਾਸ ਹੋ ਗਿਆ। ਉਹ ਕਹਿੰਦੇ ਨਹੀਂ, ਸਟਾਰਟਿੰਗ ਪਹਿਲੀ ਤੇ ਫੇਲ ਹੋ ਗਿਆ ਵਾ। ਔਰ ਲੋਕ ਫਿਰ ਇੱਥੇ ਬਹੁਤ ਜ਼ਿਆਦਾ ਫੇਲ ਹੋ ਰਹੇ ਨੇ। ਇੱਕ ਅੱਧਾ ਨਹੀਂ, ਬਹੁਤ ਲੋਕ ਫੇਲ ਹੋ ਜਾ ਰਹੇ ਨੇ। ਕਿਉਂ ਫੇਲ ਹੁੰਦੇ ਨੇ? ਕਿਉਂਕਿ ਬੰਦੇ ਦਾ ਨਾ ਦਿਮਾਗ ਅੰਨਾ ਹੋ ਗਿਆ ਹੈ। ਆ ਬਾਣੀ ਕਹਿੰਦੀ ਹੈ, ਵੇਖੋ। ਬਿਲਕੁਲ। ਮੈਂ ਇਹ ਨਾ ਸੋਚੋ ਕਿ ਮੈਂ ਐਵੇਂ ਕਹਿ, ਮੇਰੀ ਇੱਕ ਵੀ ਲਫ਼ਜ਼ ਨਹੀਂ ਹੈ। ਜੇ ਚਰਨਜੀਤ ਬੋਲਿਆ ਨਾ ਤੇ ਸੱਚੀ ਗਲਤ ਹੈ। ਚਰਨਜੀਤ ਨਹੀਂ ਬੋਲਣ ਦਿਆ, ਜੋ ਬਾਣੀ ਕਹਿ ਰਹੀ ਆ। ਅੰਨਾ ਕਹਿੰਦੇ ਆ, ਅੰਧਾ। ਬਿਲਕੁਲ। ਤਿਸ ਨਾ ਜਾਣੇ ਅੰਧਾ ਅੰਧ ਕਮਾਈ। ਕਮਾਈ ਕਰਨ ਦੇ ਅੰਨਾ ਅੰਧ ਕਮਾਏ, ਅੰਨੀ ਕਮਾਈ ਕਰ ਰਿਹਾ। ਅੰਨੀ ਮਤਲਬ ਪਤਾ ਹੀ ਨਹੀਂ, ਉਹਦਾ ਮਾਂ ਪਿਓ ਹੈ ਹੀ ਨਹੀਂ ਕੋਈ ਨਾ। ਪੱਥਰ ਚੁਗੀ ਜਾ ਰਿਹਾ ਹੈ, ਬਸ ਪੱਥਰ ਚੁਗੀ ਜਾ ਰਿਹਾ। ਗੁਰਖੀ ਸਾਹਿਬ, ਆਪਾਂ ਇਹੀ ਕੁਛ ਕਰਦੇ ਆ। ਇਹ ਜਿੰਨੀ ਵੀ ਮਾਇਆ ਹੈ, ਜਿੰਨਾ ਵੀ ਸਾਰਾ ਕੁਛ ਹੈਗਾ, ਇਹ ਆਪਾਂ ਨੂੰ ਜਿੰਨਾ ਖਾ ਲਿਆ ਉਹੀ ਆਪਣੇ ਕੰਮ ਦਾ ਆਉਣਾ। ਜੋ ਹੰਡਾ ਲਿਆ ਖਾ ਲਿਆ, ਬਾਕੀ ਸਾਰਾ ਤਾਂ ਪੱਥਰ ਆ, ਮਿੱਟੀ ਆ, ਆਪਣੇ ਕੀ ਕੰਮ ਦੀ ਆ। ਉਹ ਤਾਜ ਮਹਿਲ ਵਾਂਗ ਉੱਥੇ ਪਿਆ ਜੋ। ਠੀਕ ਹੈ ਜੀ, ਅਗਲੀ ਤੁਕ ਬੋਲੋ। ਅਗਲੀ ਤੁਕ ਤਾਂ ਬਹੁਤ ਕਮਾਲ ਦੀ ਹੈ। ਕਹਿੰਦੇ ਜੇ ਅੱਖਾਂ ਚਾਹੀਦੀਆਂ ਆ, ਜੇ ਅੰਨਾ ਹੀ ਰਹਿਣਾ ਚਾਹੁੰਦਾ ਤੇਰੀ ਮਰਜ਼ੀ ਆ ਗਈ। ਜੇ ਅੱਖਾਂ ਚਾਹੀਦੀਆਂ ਤੇ ਭਾਈ ਦੇਖ ਲਾ ਬ੍ਰਹਮ ਗਿਆਨੀਆਂ ਕੋਲ, ਬ੍ਰਹਮ ਗਿਆਨ ਲੈ ਲਾ। ਨਾਨਕ ਗੁਰ ਬਿਨ ਨਾਹੇ ਪੱਤ, ਗੁਰੂ ਤੋਂ ਬਗੈਰ ਪੱਤ ਨਹੀਂ ਹੋ ਸਕਦੀ, ਕਿਉਂਕਿ ਗੁਰੂ ਨੇ ਅੱਖਾਂ ਦੇਣੀਆਂ। ਹੁਣ ਆਪਾਂ ਪਹਿਲੀ ਪਾਤਸ਼ਾਹੀ ਦੀ ਬਾਣੀ ਲੈ ਰਹੇ ਹਾਂ, ਮਹਾਰਾਜ ਅੱਖਾਂ ਦੇ ਰਹੇ ਆ ਆਪਾਂ ਨੂੰ। ਆਪਣੇ ਅੰਦਰ ਫੁਰੀ ਪੈਦਾ ਹੋ ਰਹੀ ਹੈ ਵੀ ਇਹ ਤਾਂ ਸਾਡਾ ਬਿਲਕੁਲ ਮਹਾਰਾਜ ਤਾਂ ਮੇਰਾ ਹੀ ਚਿੱਤਰਨ ਕਰ ਰਹੇ ਆ। ਬਿਲਕੁਲ ਸਹੀ। ਆਹ ਅੱਖਾਂ ਹੈਗੀਆਂ ਪਾਏ, ਇਸ ਤੋਂ ਬਗੈਰ ਕਹਿੰਦੇ ਪੱਤ ਨਹੀਂ ਹੈ ਪਾਏ। ਔਰ ਪੱਤ ਵਿਣ ਪਾਰ ਨਾ ਪਾਏ, ਇਹ ਪੱਤ ਨਹੀਂ ਹੈ, ਅੱਖਾਂ ਨਹੀਂ ਹੈਗੀਆਂ, ਸਹੀ ਰਸਤਾ ਨਹੀਂ ਪਤਾ ਤੇ ਭਾਈ ਆਪਾਂ ਜਿਹੜੇ ਹੈਗੇ ਕੱਚ ਨੂੰ ਵਿਹਾਜਾਂਗੇ, ਸੱਚ ਨੂੰ ਛੱਡ ਦੇਵਾਂਗੇ। ਹਾਂਜੀ ਗੁਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜੇਕਰ ਤੈਨੂੰ ਰਸਤੇ ਦਾ ਨਹੀਂ ਪਤਾ, ਤੂੰ ਤੁਰ ਤੇ ਪਿਆ ਹੈ, ਤੂੰ ਮੰਜ਼ਿਲ ਦੇ ਕਿੱਥੇ ਪਹੁੰਚੇਗਾ? ਆ ਸੰਸਾਰੀ ਮੰਜ਼ਿਲ ਦੀ ਮੈਂ ਗੱਲ ਕਰਦਾ। ਤੁਹਾਨੂੰ ਪਤਾ ਹੀ ਨਹੀਂ ਤੁਸੀਂ ਜਾਣਾ ਕਿੱਥੇ। ਤੁਸੀਂ ਸਵੇਰ ਤੋਂ ਗੱਡੀ ਭਜਾਈ ਜਾਓ, ਕਿਤੇ ਇੱਧਰ ਕਿਤੇ ਉੱਧਰ, ਤੇ ਜਾਣਾ ਕਿੱਥੇ ਆ? ਪਤਾ ਹੀ ਨਹੀਂ। ਇਸ ਕਰਕੇ ਕਹਿੰਦੇ ਕਿ ਗੁਰਮੁਖਾਂ ਦੀ ਸੰਗਤ ਕਰੋ। ਆਪਾਂ ਬ੍ਰਹਮ ਗਿਆਨੀ ਦੀ ਸੰਗਤ ਕਰ ਰਹੇ ਹਾਂ। ਫਿਰ ਉਹ ਕਹਿੰਦੇ ਉੱਥੇ ਕੀ ਕਹਿੰਦੇ ਆ? ਨਾਨਕ ਗੁਰ ਬਿਨ ਨਾਹੀ ਪੱਤ ਬਿਨ ਪਾਰ ਨਾ ਜਾ ਪਾਏ। ਤੂਰੇ ਪਾਰ ਬੈਠਾ, ਪਰਲੇ ਪਾਰ ਨਹੀਂ ਜਾ ਸਕਦਾ। ਕਿਉਂ? ਰਸਤਾ ਹੀ ਨਹੀਂ ਪਤਾ, ਜਹਾਜ਼ ਹੀ ਨਹੀਂ ਪਤਾ ਕਿਹੜਾ ਜਾਂਦਾ ਹੈ। ਜਿਹੜੇ ਜਹਾਜ਼ ਤੇ ਬੈਠਾ ਉਹ ਤੇ ਜਾਂਦਾ ਹੀ ਨਹੀਂ ਹੈ, ਉਹ ਤੇ ਉੱਡਦਾ ਹੀ ਨਹੀਂ ਹੈ, ਨਕਲੀ ਗਾ। ਹਾਂ, ਉਹ ਡੰਮੀ ਹੈਗਾ। ਜਲੰਧਰ ਲਿਆਂਦਾ, ਪਤਾ ਨੀ ਕਿੱਥੇ ਲਿਆ ਕੇ ਲਾਇਆ ਉਹਨਾਂ ਨੇ। ਉਹ ਚ ਰੈਸਟੋਰੈਂਟ ਬਣਾਤਾ। ਉਹ ਮੇਰੇ ਘਰ ਚ ਜਾ ਕੇ ਬਹਿ ਜੇ ਤੇ ਕਵੇ ਮੈਂ ਦਿੱਲੀ ਜਾਣਾ, ਉਹ ਕਿੱਥੇ ਦਿੱਲੀ ਜਾਣਾ? ਉਹ ਤੇ ਨਕਲੀ ਹੈ, ਉਹਦਾ ਇੰਜਨ ਬਾਹਰ ਕੱਢਿਆ ਵਾਲਿਆਂ ਨੇ। ਬਿਲਕੁਲ। ਇਸੇ ਹੀ ਤਰ੍ਹਾਂ ਕਈ ਲੋਕ ਧਰਤੀ ਤੇ ਏਦਾਂ ਦੇ ਤੁਰੇ ਫਿਰਦੇ ਨੇ। ਉਹ ਫਿਰ ਬਾਣੀ ਕਹਿੰਦੇ ਨੇ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਏ। ਕਿਉਂਕਿ ਉਹ ਡੁਪਲੀਕੇਟ ਜਹਾਜ਼ ਹੈਗੇ ਆ, ਉਹਨਾਂ ਚ ਲੋਕੀ ਬਹਿ ਜਾਂਦੇ ਆ। ਮੇਰੇ ਵਰਗੇ ਮੰਦਿਰ ਚ ਜਾ ਕੇ, ਧਾਰਮਿਕ ਸਥਾਨਾਂ ਚ ਜਾ ਕੇ ਤੇ ਸਰ ਗਿਆ ਡਾ। ਉਹ ਕਹਿੰਦੇ ਨਹੀਂ, ਇਹ
ਇਹ ਦਰਵਾਜ਼ਾ ਹੈ, ਇਹ ਕੇਵਲ ਤੈਨੂੰ ਸਮਝਾਉਣ ਵਾਸਤੇ ਬਣਾਇਆ ਸੀ। ਇਹ ਤੇ ਜਸਟ ਨਕਸ਼ਾ ਸੀ ਕਿ ਇੱਥੇ ਆ ਕੇ ਤੂੰ ਬੰਦਗੀ ਕਰਨੀ ਹੈ, ਆਪਣੇ ਜੀਵਨ 'ਚ ਕੁਝ ਸਮਾਂ ਕੱਢ ਕੇ ਤੂੰ ਗ੍ਰਹਿਣ ਕਰਨਾ ਹੈ ਕੁਝ। ਇਹ ਤੇਰਾ ਮਦਰਸੇ ਕਹਿੰਦੇ ਨੇ ਮੁਸਲਮਾਨਾਂ ਦੇ, ਉੱਥੇ ਜਾ ਕੇ ਤੂੰ ਗਿਆਨ ਪ੍ਰਾਪਤ ਕਰਨਾ ਸੀ ਜੋ ਬਾਣੀ ਦੇ ਵਿੱਚ ਲਿਖਿਆ। ਪਰ ਤੂੰ ਮੱਥਾ ਟੇਕ ਕੇ ਵਾਪਸ ਆ ਜਾਣਾ, ਉੱਥੇ ਫਿਰ ਉਹ ਤੇਰਾ ਕਲਿਆਣ ਨਹੀਂ ਹੋਣਾ, ਫਿਰ ਤੈਨੂੰ ਪ੍ਰੋਬਲਮ ਹੋ ਜਾਣੀ ਹੈ। ਬਾਣੀ ਤੇ ਕਹਿੰਦੀ, ਦੇਖੋ ਬਾਣੀ ਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆ, ਆਪ ਸਾਰਿਆਂ ਨੇ ਪੜ੍ਹੀ ਹੈ। ਦੇਖੋ ਬਾਣੀ ਤੇ ਇੱਕ ਤੁਕ ਦੇ ਵਿੱਚ ਹੀ ਸਾਰੀ ਗੱਲ ਖਤਮ ਕਰ ਦਿੰਦੀ ਹੈ। ਬਿਲਕੁਲ ਕੰਪਲੀਟ ਗਿਆਨ ਹੁੰਦਾ ਹੈ ਗੁਰਕੀ ਸਾਹਿਬ। ਮੈਂ ਤਾਂ ਕਮਾਲ ਮੰਨਦਾ ਹੈ, ਭਾਵੇਂ ਕੋਈ ਸ਼ਲੋਕ ਹੋਏ, ਭਾਵੇਂ ਕੋਈ ਸ਼ਬਦ ਹੋਏ, ਭਾਵੇਂ ਕੋਈ ਪੌੜੀ ਹੋਏ, ਭਾਵੇਂ ਕੋਈ ਛੰਤ ਹੋਏ, ਪੂਰਾ ਦਾ ਪੂਰਾ ਜਿਹੜਾ ਹੈਗਾ ਪੂਰਾ ਗਿਆਨ ਹੁੰਦਾ ਉਹਦੇ ਵਿੱਚ। ਪੂਰੀ ਕਿੰਨੀ ਕਟਿੰਗ ਕਰਦੇ, ਕਿੰਨਾ ਉਹ ਅਗਿਆਨ ਭਰਮ ਨੂੰ ਕੱਢਦੇ ਆ। ਪਰ ਸਭ ਤੋਂ ਜ਼ਿਆਦਾ ਭਰਮ ਚ ਲੋਕਾਂ ਨੂੰ ਆਪਾਂ ਕਹੀ ਜਾਂਦੇ ਆ ਜੀ ਉਹ ਫਲਾਨਾ, ਉਹ ਸਾਡੀ ਬਸ ਇੱਕੋ ਹੀ ਚੁੰਝ ਫਸੀ ਆ, ਅਸੀਂ ਲੰਗਰ ਲਾਉਂਦੇ ਆ, ਬਸ ਲੰਗਰ ਲਾ ਲਾ ਕੇ ਜੀਵਨ ਬਰਬਾਦ ਕਰਦੇ ਆ। ਉਹ ਲੰਗਰ ਕੇਵਲ ਉਹ ਇਹ ਸੀ, ਸਾਨੂੰ ਸੋਚ ਦਿੱਤੀ ਸੀ ਵੰਡ ਕੇ ਛਕਣਾ, ਪਰ ਉਹ ਕਹਿੰਦੇ ਕਿ ਲੰਗਰ ਵੀ ਤੂੰ ਲਾਉਂਦੇ ਆ ਤੇ ਪੈਸੇ ਕਿੱਥੋਂ ਆਉਂਦੇ ਆ, ਇਹ ਬੜਾ ਇੰਪੋਰਟੈਂਟ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤੇ ਆਪਣੇ ਪੈਸਿਆਂ ਦਾ ਲੰਗਰ ਲਾਇਆ ਸੀ, ਉਹਦੇ ਪਿਓ ਦੇ ਪੈਸੇ ਸੀ। ਪਰ ਉਹ ਹੁਣ ਇੱਥੇ ਲੋਕ ਕੀ ਕਰ ਰਹੇ ਨੇ, ਲੰਗਰ ਦਾ ਮਤਲਬ ਮਾੜੀ ਚੀਜ਼ ਨਹੀਂ ਹੈ, ਲੰਗਰ ਲਾਓ ਇੱਕ ਸਾਡੇ ਇੱਕ ਚਲੋ ਸਾਡੇ ਕੋਈ ਚੀਜ਼ ਹੈਗੀ ਅਸੀਂ ਦੇ ਸਕਦੇ ਹਾਂ, ਲੰਗਰ ਲਾ ਸਕਦੇ ਹਾਂ, ਪਰ ਲੰਗਰ ਸਾਡੀ ਆਖਰੀ ਮੰਜ਼ਿਲ ਨਹੀਂ ਆ। ਬਿਲਕੁਲ ਸਹੀ ਗੱਲ ਹੈ। ਲੰਗਰ ਤਾਂ ਜਿਹੜਾ ਹੈਗਾ ਉਹਦੇ ਨਾਲ ਥੋੜਾ ਜਿਹਾ ਸੇਵਾ ਭਾਵ ਹੋ ਜਾਂਦਾ ਹੈ ਤੇ ਮਨ ਥੋੜਾ ਜਿਹਾ ਡਾਊਨ ਹੋ ਜਾਂਦਾ ਹੈ, ਤੇ ਹਾਲੇ ਭਗਤੀ ਨਾਮ ਦੀ ਚੀਜ਼ ਤਾਂ ਕਰਨੀ ਆ ਆਪਾਂ ਨੇ। ਹਾਂ, ਉਹ ਤੁਹਾਡੀਆਂ ਮਤਲਬ ਇਹ ਕੋਈ ਛੋਟੀਆਂ ਕਲਾਸਾਂ ਹੀ ਹੈਗੀਆਂ, ਉੱਥੇ ਬੈਠੇ ਜੋ ਜੇ ਤੁਸੀਂ, ਅਸਲ ਪ੍ਰੈਕਟੀਕਲ ਤਾਂ ਉੱਥੋਂ ਤੁਸੀਂ ਬਾਹਰ ਆਉਣਾ ਹੈ। ਉੱਥੇ ਛੋਟਾ ਮੋਟਾ ਮਦਰਸਾ ਵਾ, ਜੁੱਤੀਆਂ ਸਾਫ਼ ਕਰਨੀਆਂ, ਜੁੱਤੀਆਂ ਉੱਥੇ ਤੇ ਕਰ ਲਈਆਂ, ਮੁੜ ਕੇ ਬਾਹਰ ਚ ਕਿਸੇ ਨੇ ਜੁੱਤੀ ਮੋਹਰਾ ਚ ਮਾਰੀ, ਉੱਥੇ ਪਤਾ ਲੱਗਣਾ ਵਾ। ਉਹ ਤੂੰ ਸੇਵਾ ਯਾਦ ਰੱਖੀ ਕਿ ਮੈਂ ਤੇ ਜੁੱਤੀਆਂ ਸਾਫ਼ ਕਰਕੇ ਅੱਧਾ ਘੰਟਾ, ਆ ਮੈਨੂੰ ਕਿਹਨੇ ਗਾਲ ਕੱਢੀ, ਇਹਨੂੰ ਮੈਂ ਹਜਮ ਕਿੱਦਾਂ ਕਰਨਾ ਹੈ, ਉਹੀ ਤੇ ਤੇਰੀ ਹਉਮੈ ਪ੍ਰਗਟ ਹੋ ਰਹੀ ਆ। ਜੁੱਤੀਆਂ ਸਾਫ਼ ਕਰਨ ਦਾ ਮਤਲਬ ਇਹੋ ਹੀ ਸੀ ਕਿ ਹਉਮੈ ਨੂੰ ਥੱਲੇ ਲੈ ਕੇ ਆਉਣਾ ਕਿ ਮੈਂ ਤੇ ਇੱਕ ਮਾਮੂਲੀ ਜਿਹਾ ਇਨਸਾਨ ਹਾਂ। ਦੇਖੋ ਪ੍ਰਮਾਤਮਾ ਦੇ ਦਰਬਾਰ 'ਚ ਆ ਕੇ ਇੱਥੇ ਮੈਂ ਜੁੱਤੀਆਂ ਸਾਫ਼ ਕੀਤੀਆਂ, ਔਰ ਫਿਰ ਜੇ ਕਿਤੇ ਮੇਰੇ ਹੰਕਾਰ ਨੂੰ ਬਾਹਰ ਕੋਈ ਠੇਸ ਮਾਰੇ ਤੇ ਮੈਨੂੰ ਇਹ ਚੀਜ਼ ਯਾਦ ਆ ਜਾਏ ਕਿ ਮੇਰੀ ਮਤਲਬ ਮੈਂ ਨੀਵਾਂ ਰਹਿ ਕੇ ਰਹਿਣਾ ਹੈ, ਨੀਵਾਂ ਰਹਿਣਾ ਹੈ। ਪਰ ਉਦੋਂ ਤੇ ਨਿੱਜੇ ਸਾਹਿਬ ਸੇਵਾ ਸੁਵਾ ਸਾਰੀ ਭੁੱਲ ਜਾਂਦੀ, ਬੰਦਾ ਬਾਹਰ ਆ ਜਾਂਦਾ, ਅੰਦਰੋਂ ਪ੍ਰਗਟ ਹੋ ਜਾਂਦਾ। ਬਿਲਕੁਲ, ਕਿਉਂਕਿ ਉਹ ਭਗਤੀ ਨਹੀਂ ਨਾ ਕੀਤੀ, ਉਹ ਓਦਾਂ ਹੀ ਮੰਨ ਲਿਆ, ਓਦਾਂ ਹੀ ਉਹ ਤੇ ਨਕਲੀ ਕੰਮ ਹੀ ਨਾ, ਸੇਵਾ ਕਰ ਲਈ, ਝਾੜੂ ਮਾਰ ਲਿਆ ਮੇਰੇ ਵਰਗੇ ਨੇ, ਉੱਥੇ ਜੁੱਤੀਆਂ ਸਾਫ਼ ਪਾਲਿਸ਼ ਕਰ ਲਈਆਂ। ਮੈਂ ਸੋਚਦਾ ਕਿ ਮੇਰੇ ਚ ਨਿਮਰਤਾ ਆ ਜਾਊਗੀ, ਨਿਮਰਤਾ ਸੇਵਾ ਸੁਵਾ ਕਰਨਾ ਨਹੀਂ ਚਾਉਣੀ। ਬਿਲਕੁਲ, ਨਿਮਰਤਾ ਤੇ ਆਉਣੀ ਆ ਭਗਤੀ ਨਾਲ, ਨਾਮ ਪ੍ਰਗਟ ਹੋਊਗਾ ਫੇਰ ਹੀ ਨਿਮਰਤਾ ਆਊਗੀ। ਜੇ ਏਦਾਂ ਨਿਮਰਤਾ ਆਉਂਦੀ ਨਾ ਤੇ ਦਰਬਾਰ ਸਾਹਿਬ ਤੇ ਕਈ ਮੈਂ ਵੇਖੇ 10-12 ਘੰਟੇ ਦਾਲਾਂ ਚ ਲਿਪੜੇ ਰਹਿੰਦੇ ਆ, ਉਹ ਕੋਈ ਨਹੀਂ ਨਿਮਰ ਹੋ ਜਾਂਦੇ। ਪਰ ਨਹੀਂ, ਉਹ ਇੱਕ ਅਲੱਗ ਗੇਮ ਹੈ, ਉਹ ਵੀ ਠੀਕ ਹੈ, ਗਲਤ ਨਹੀਂ ਮੈਂ ਕਹਿੰਦਾ, ਬਟ ਤੁਸੀਂ ਉਹਨੂੰ ਮੇਨ ਨਾ ਸਮਝ ਲਓ। ਉਹ ਤੁਹਾਡੇ ਜੀਵਨ ਦਾ ਇੱਕ ਹਿੱਸਾ ਹੈ, ਛੋਟਾ ਜਿਹਾ ਇੱਕ ਉਹਦਾ ਪੁਰਜਾ ਹੈ, ਗੱਡੀ ਦਾ ਪੁਰਜਾ, ਇੱਕ ਨਟ ਬੋਲਟ, ਸਾਰੀ ਗੱਡੀ ਨਹੀਂ ਹੈਗੀ। ਪਰ ਪ੍ਰੋਬਲਮ ਤਾਂ ਉਦੋਂ ਹੁੰਦਾ ਕਿ ਜਦੋਂ ਉਹਨੂੰ ਗੱਡੀ ਸਮਝ ਲੈਂਦੇ ਆਪਾਂ। ਬਿਲਕੁਲ, ਗੱਡੀ ਦੇ ਟਾਇਰ ਵੀ ਲੱਗੇ ਆ, ਉਹਦਾ ਸਟੀਅਰਿੰਗ ਆ, ਉਹਦੇ ਇੰਜਣ ਆ, ਉਹ ਇੱਕ ਨਟ ਗੱਡੀ ਨਹੀਂ ਹੈਗੀ। ਗੱਡੀ ਦਾ ਮਤਲਬ ਤੁਹਾਡਾ ਕੰਪਲੀਟ ਜੀਵਨ। ਬਿਲਕੁਲ, ਨਟ ਦਾ ਮਤਲਬ ਤੁਸੀਂ ਉੱਥੇ ਜਾ ਕੇ ਝਾੜੂ ਮਾਰ ਲਿਆ, ਲੰਗਰ ਪਕਾ ਲਿਆ, ਸੇਵਾ ਕਰ ਲਈ, ਉਹ ਇੱਕ ਛੋਟਾ ਜਿਹਾ ਪੁਰਜਾ ਹੈ। ਉਸ ਤੋਂ ਬਾਅਦ ਗੱਡੀ ਹੈ ਤੁਹਾਡਾ ਜੀਵਨ, ਤੁਸੀਂ ਚੱਲਦੇ ਕਿੱਧਰ ਪਏ ਜੋ, ਤੁਹਾਡਾ ਬੋਲਣ ਦਾ ਤਰੀਕਾ ਕੀ ਆ, ਤੁਹਾਡਾ ਸੋਚਣ ਦਾ ਤਰੀਕਾ ਕੀ ਆ, ਤੁਸੀਂ ਕਰਦੇ ਕੀ ਫਿਰਦੇ ਜੋ ਸੰਸਾਰ ਦੇ। ਤੇ ਜਿੱਥੇ ਸੱਚ ਹੈਗਾ, ਸੱਚ ਬੜਾ ਔਖਾ ਹੈ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਬੁਰਾ ਨਹੀਂ ਮੰਨਣਾ, ਇਹ ਕੋਈ ਫਾੜ ਨਹੀਂ ਹੈਗੀ ਮੇਰੀ, ਵੈਸੇ ਦੱਸਦਾ ਕਿ ਜੀਵਨ ਕੀ ਹੈ। ਮਾਤਾ ਕਹਿੰਦੀ ਸੀ ਸਰੋਂ ਲੈ ਕੇ ਆ ਮੰਡੀ ਚੋਂ। ਵੈਸੇ ਮੈਂ ਇਹ ਤੁਹਾਨੂੰ ਯਾਦ ਰਹੂਗਾ ਥੋੜਾ ਜਿਹਾ ਇਸ ਕਰਕੇ, ਇਹ ਕੋਈ ਵਡਿਆਈ ਨਹੀਂ ਆ। ਸਰੋਂ ਮੈਂ ਲੈ ਲਈ, ਸਭ ਤੋਂ ਪਹਿਲੀ ਕਿਤੇ ਉਹ ਕਹਿੰਦੇ ਟਾਂਗੇ ਤੇ ਲੱਦਣੀ ਆ। ਮੈਂ ਟਾਂਗਾ ਉੱਥੇ ਸ਼ਹਿਰ ਤੇ ਜਾਣਾ ਨਹੀਂ ਆ, ਤੇ ਚਲੋ ਏਦਾਂ ਕਰਦੇ ਆ ਕਿ ਆਪਾਂ ਉੱਥੇ ਮੈਂ ਪਰੇ ਗਿਆ, ਮੈਂ ਆਟੋ ਲੈ ਲਿਆ। ਚਲੋ ਆਟੇ ਵਾਲੇ ਨੇ ਲਿਆਂਦਾ, ਵਿਚਾਰੇ ਦੀ ਕੰਡੀਸ਼ਨ ਮੈਂ ਵੇਖੀ, ਪਾਟੀ ਟੀ-ਸ਼ਰਟ ਪਾਈ ਉਹਨੇ। ਚਲੋ ਮੈਂ ਉਹਨੂੰ ਕਿਹਾ, ਉਹ ਕਹਿੰਦਾ ਭਾਜੀ ਰੁਪਈਆ ਲੱਗੂਗਾ 300। ਮੈਂ ਨਹੀਂ ਯਾਰ 300 ਤਾਂ ਬਹੁਤ ਜ਼ਿਆਦਾ, ਮੈਂ ਦਊਂਗਾ ਰੁਪਈਆ 200। ਕਹਿੰਦਾ ਠੀਕ ਹੈ ਭਾਜੀ, ਕਹਿੰਦਾ 200 ਜ਼ਿਆਦਾ। ਚਲੋ ਰੋਸੀ ਜੀ ਤੁਹਾਡਾ ਮਾਈਕ ਔਨ। ਰੋਸੀ ਜੀ, ਨਿੱਜਾ ਸਾਹਿਬ ਤੁਸੀਂ ਬੰਦ ਕਰ ਦਿਓ, ਇਹ ਨਵੇਂ ਆਏ ਲੱਗਦਾ। ਮੈਂ ਕਰ ਦੇਣਾ ਜੀ। ਤੇ ਹਾਂ ਕੋਈ ਗੱਲ ਨਹੀਂ। ਤੇ ਚਲੋ ਅੱਗੇ ਵੈਸੇ ਤੁਹਾਡੇ ਕੰਮ ਦੀ ਗੱਲ ਆ। ਫਿਰ ਮੈਂ ਉਹਨੂੰ ਨਾ ਚਲੋ ਮੰਨ ਗਿਆ, ਉਹ ਕਹਿੰਦਾ ਕੋਈ ਨੀ ਭਾਈ 200 ਦੇ ਦਿਓ। ਮੈਂ ਕਿਹਾ ਨਹੀਂ ਕੋਈ ਨੀ, ਤੂੰ ਬੰਦਾ ਵਧੀਆ ਵਾ, ਮੈਂ ਤੈਨੂੰ 300 ਹੀ ਦੇਵਾਂਗਾ।
ਚਲੋ ਜੀ। ਅੱਛਾ, ਉਹਨਾਂ ਲੱਦੀ ਉਹ 2 ਬੰਦੇ ਸੀ, ਇੱਕ ਬੰਦਾ ਨਾਲ ਦਾ ਸੀ ਤੇ ਉਹ ਨਿੱਜਰ ਸਾਹਿਬ ਉਹ ਤੰਦੂਰ ਦਾ ਤੇ ਰੋਟੀਆਂ ਬਣਾਉਂਦਾ ਤੇ ਕਹਿੰਦਾ ਮੈਂ ਵਿਹਲਾ ਹਾਂ ਅੱਜ, ਤੇ ਮੈਂ ਘਰ ਦੀ ਨਾ ਕਿਹੜਾ ਜੱਬ ਪਾਵੇ, ਮੈਂ ਇੱਥੇ ਕੰਮ ਤੇ ਆ ਗਿਆ, ਅੱਜ ਦਿਹਾੜੀ ਨਹੀਂ ਲੱਗੀ ਤੰਦੂਰ ਦੀ, ਤੇ ਮੈਂ ਚਲੋ ਇੱਥੇ ਮੰਡੀ 'ਚ ਫੇਰੇ ਫੂਰੇ ਲੱਗ ਜਾਣਗੇ। ਚਲੋ ਲਿਆ ਉਹ ਲੱਦੀ ਸਰੋਂ, ਫਿਰ ਥੋੜਾ ਚੌਂਕ 'ਚ ਆਏ, ਉਹਨਾਂ ਦਾ ਟੈਂਪੂ ਦਾ ਨਿੱਜਰ ਸਾਹਿਬ ਸੱਜੇ ਬਰੇ ਟਾਇਰ ਦੇ ਵਿੱਚ ਰਬੜੀ ਜਿਹੀ ਹੁੰਦੀ ਛੋਟੀ ਜਿਹੀ, ਜਿਹੜੀ ਇੰਜਨ 'ਚ ਆਉਂਦਾ ਨਾ ਪੀਜ, ਉਹ ਟੁੱਟ ਗਈ। ਮੈਂ ਸਕੂਟੀ ਤੇ ਗਾਂਹ ਲੰਘ ਗਿਆ, ਮੈਂ ਕਿਹਾ ਚਲੋ ਕੋਈ ਨਹੀਂ ਆ ਜਾਣਗੇ ਵਾਪਸ। ਫਿਰ ਮੈਂ ਵਾਪਸ ਗਿਆ, ਮੈਂ ਉਹ ਤਾਂ 10-12 ਹਜ਼ਾਰ ਦੀ ਸਰੋਂ ਆ ਤੇ ਮੈਨੂੰ ਨਾਲ ਹੀ ਰਹਿਣਾ ਚਾਹੀਦਾ ਸੀ। ਚਲੋ ਮੈਂ ਵਾਪਸ ਆਇਆ, ਉਹ ਵਿਚਾਰੇ ਕਹਿੰਦੇ ਭਾਜੀ ਤੁਹਾਡਾ ਨੰਬਰ ਨਹੀਂ ਹੈਗਾ ਤੇ ਸਾਡਾ ਤਾਂ ਟੈਂਪੂ ਖਰਾਬ ਹੋ ਗਿਆ ਤੇ ਬੰਦ ਨਹੀਂ ਹੋਣ ਦਿਆ, ਨਵਾਂ ਹੀ ਬੰਦਾ ਉਹ। ਮੈਂ ਚਲੋ ਕੋਈ ਨਹੀਂ, ਮੇਰੇ ਨਾਲ ਬਹਿ, ਤੇ ਆਪਾਂ ਨਾ ਉੱਥੇ ਮਕੈਨਿਕ ਲੈ ਕੇ ਆਏ। ਮਕੈਨਿਕ ਲਿਆਂਦਾ, ਵਿਚਾਰੇ ਦਾ ਘੰਟਾ 1.5 ਘੰਟਾ ਲੱਗਾ। ਉਹ 250 ਦਾ ਕੀ ਉਹਦਾ 500 ਦਾ ਖਰਚਾ ਹੋ ਗਿਆ ਨਿੱਜਰ ਸਾਹਿਬ, ਪੁਰਜਾ ਖਰਾਬ ਹੋ ਗਿਆ ਵੱਡਾ। ਚਲੋ 2 ਫੇਰੇ ਮਾਰੇ। ਚਲੋ ਉਹ ਕਹਿੰਦੇ ਭਾਜੀ ਤੁਸੀਂ ਚਲੋ ਵੈਸੇ ਸਾਡੀ ਮਦਦ ਕਰਨ ਦੇ ਜੋ, ਹੋਰ ਕੀ ਬੰਦਾ ਹੁੰਦਾ ਤੇ ਉਹਨੇ ਕਹਿਣਾ ਭਰਾ ਸਰੋਂ ਤਾਰੋ ਮੇਰੀ, ਮੈਂ ਦੂਜੇ ਟੈਂਪੂ ਤੇ ਲੱਦ ਲੈਣਾ ਵਾ, ਇੱਥੇ 50 ਖਲੋਤੇ ਆ ਤੇ ਆਹ ਤੁਸੀਂ ਸਾਡੀ ਬੜੀ ਮਦਦ ਕੀਤੀ। ਉਹਨਾਂ ਕੋਲ ਪੈਸੇ ਨਹੀਂ ਹੈਗੇ ਨਿੱਜਰ ਸਾਹਿਬ, ਤੇ ਮੈਂ ਕਿਹਾ ਤੁਹਾਡੇ ਕੋਲ ਪੈਸੇ ਹੈਗੇ ਰਿਪੇਅਰ ਕਰਨ ਦੇ? ਕਹਿੰਦੇ ਭਾਜੀ ਰੁਪਈਏ ਸਾਡੇ ਕੋਲ 50 ਸੀ ਤੇ ਅਸੀਂ 50 ਹੀ ਲੈ ਕੇ ਆ ਗਏ ਕੰਮ ਕਰਨ ਵਾਸਤੇ, ਸਾਨੂੰ ਤਾਂ ਪਤਾ ਵੀ ਨਹੀਂ ਕੀ ਖਰਾਬ ਹੋ ਜੂਗੀ, ਤੇਲ ਕੱਲ ਦਾ ਪਾਇਆ 200 ਦਾ। ਤੇ ਮਤਲਬ ਮੈਂ ਵੀ ਸੋਚਦਾ ਕਿ ਦੁਨੀਆ ਕਿੱਥੇ ਬੈਠੀ ਆ, ਕਿੰਨਾ ਉਹਨਾਂ ਨੂੰ ਵਿਸ਼ਵਾਸ ਹੈ ਕੁਦਰਤ ਤੇ ਕਿ ਪੈਸੇ ਨਹੀਂ ਹੈਗੇ ਕਿ ਅਸੀਂ ਕਮਾ ਲਾਂਗੇ ਤੇ ਉੱਥੇ ਹੀ ਆਪਾਂ ਮਤਲਬ ਆ ਜਾਣਗੇ ਪੈਸੇ। ਬੰਦਾ ਇਹ ਸੋਚਦਾ ਨਿੱਜਰ ਸਾਹਿਬ। ਬਿਲਕੁਲ। ਤੇ ਕੁਦਰਤੀ ਤੌਰ ਤੇ ਚਲੋ ਉਸ ਤੇ ਮੈਂ ਇਹ ਗੱਲ ਕਰਦਾ ਕਿ ਉਸ ਬੰਦੇ ਦੀ ਮਦਦ ਕਰਨ ਦੇ ਲਈ ਮੈਨੂੰ, ਫਿਰ ਉਹਦੇ ਨਾਲ ਮੈਂ ਸਕੂਟੀ 2-3 ਗੇੜੇ ਮਾਰੇ, ਫਿਰ ਉਹਦਾ ਪੁਰਜਾ ਲਿਆ ਕੇ ਉੱਥੇ ਫਿੱਟ ਕਰਾਇਆ, ਫਿਰ ਉਹਨੂੰ ਪੈਸੇ ਦਿੱਤੇ ਵੀ ਜਾ ਕੇ ਉੱਥੇ ਰਿਪੇਅਰ ਕਰਾ। ਫਿਰ ਉਹ ਪੈਸੇ ਦੇ ਕੇ ਫਿਰ ਉਸ ਤੋਂ ਬਾਅਦ ਉਹ ਮੰਮੀ ਨੂੰ ਘਰੇ ਬਹਾ ਕੇ ਉੱਥੇ ਲੈ ਕੇ ਗਿਆ ਜਿੱਥੇ ਕੋਹਲੂ ਸੀ। ਸੋ ਕਹਿਣ ਤੋਂ ਭਾਵ ਆ, ਮੈਂ ਇਹ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਆਪਾਂ ਕੋਈ ਚੰਗਾ ਕੰਮ ਕਰਨਾ ਹੈ ਨਾ ਤੇ ਜ਼ੋਰ ਲੱਗਣਾ ਵਾ। ਇਹੋ ਜੀਵਨ ਆ ਨਿੱਜਰ ਸਾਹਿਬ। ਬਿਲਕੁਲ। ਮਤਲਬ ਜ਼ਿੰਦਗੀ 'ਚ ਤੇ ਜੇ ਮੈਂ ਭੱਜਣਾ ਚਾਹਾਂ ਤੇ ਮੈਂ ਭੱਜ ਸਕਦਾ ਹਾਂ। ਮੈਨੂੰ ਕੀ ਲੋੜ ਪਈ ਉਹਨਾਂ ਦੀ ਗੱਡੀ ਸਹੀ ਕਰਵਾਉਣ ਦੀ? ਮੈਂ ਕਹਾਂ ਭਰਾ 200 ਦਾ ਤੇਰਾ 300 ਦਾ 400 ਦਾ ਪੁਰਜਾ ਪਵਾਇਆ, ਇਹਦੇ ਨਾਲ ਚੰਗਾ ਤੇ ਮੈਂ ਦੂਜਾ ਟੈਂਪੂ 200 ਦੇ ਕੇ ਉੱਥੇ ਜਾਂਦਾ। ਮੈਨੂੰ ਫਰਕ ਪੈਂਦਾ ਹੈ ਕਿ ਮਿਹਨਤ ਕਹੇ ਮੰਡੀ 'ਚ ਟੈਂਪੂ ਜਾਂਦਾ ਨਹੀਂ, ਹੁਣ ਸ਼ਹਿਰ ਦੇ ਵਿੱਚ ਆ ਗਏ ਆ, ਇੱਥੇ ਤੇ ਕੋਈ ਪ੍ਰੋਬਲਮ ਨਹੀਂ ਹੈ। ਸੋ ਜ਼ਿੰਦਗੀ 'ਚ ਜਦੋਂ ਉੱਥੇ ਆਪਾਂ ਭੱਜਦੇ ਜਾਂਦੇ ਹਾਂ, ਪਰ ਆਪਾਂ ਉੱਥੋਂ ਉਸ ਬੰਦੇ ਤੋਂ ਨਹੀਂ ਭੱਜਦੇ, ਆਪਾਂ ਆਪਣੀ ਆਤਮਾ ਤੋਂ ਭੱਜ ਜਾਂਦੇ ਹਾਂ। ਇਸ ਕਰਕੇ ਤੁਹਾਡੀ ਆਤਮਾ ਵੇਂਹਦੀ ਆ ਤੇ ਸਟੈਪ ਬੈਕ ਕਿੱਥੇ ਕਰ ਜਾਂਦੇ ਜੋ। ਇਹੋ ਹੀ ਬਾਣੀ ਕਹਿ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਕੁਝ ਹੋਰ ਨਹੀਂ ਬੋਲ ਰਹੇ। ਉਹ ਕਹਿੰਦੇ ਕਿ ਤੂੰ ਇੱਥੇ ਤੇ ਨਾਪ ਤੋਲਣ ਕੱਢਿਆ ਪੈਣਾ ਵਾ, ਇੱਥੇ ਘਾਟਾ ਇੱਥੇ ਵਾਧਾ। ਜਦੋਂ ਕਿਸੇ ਦੀ ਪੰਡ 'ਚ ਕਹੇਗਾ ਨਾ ਤੇਰਾ ਜ਼ੋਰ ਲੱਗਣਾ ਹੀ ਲੱਗਣਾ। ਬਿਲਕੁਲ, ਜ਼ੋਰ ਲੱਗਣਾ ਹੀ ਲੱਗਣਾ ਹੈ ਭਾਈ, ਬਿਲਕੁਲ ਸਹੀ। ਹਾਂ, ਤੇ ਇਸ ਕਰਕੇ ਭੱਜਣਾ ਨਹੀਂ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਸੌਰੀ ਕਥਾ ਥੋੜੀ ਲੰਬੀ ਹੋ ਗਈ, ਪਰ ਇਹ ਗੱਲਾਂ ਜ਼ਰੂਰੀ ਨੇ ਤੇ ਕਿਤੇ ਯਾਦ ਆ ਜੂਗੀ ਕਿ ਭਲਾ ਹੋ ਜੂ। ਹਾਂਜੀ ਤੁਹਾਡਾ ਨਾ ਇੱਕ ਉਹ ਪੰਜੇ ਦਾ ਨਿਸ਼ਾਨ ਬੰਦ ਕਰ ਦਿਓ ਗੋਲਡੀ ਸਾਹਿਬ। ਮੇਰੇ ਪੰਜਾ ਨਿੱਜਰ ਸਾਹਿਬ, ਹਾਂ ਉਹ ਨਾ ਉਹ ਵਿੱਚ ਫੋਨ ਆ ਗਿਆ ਤੇ ਉਹਨੇ ਫੋਨ ਕਰਤਾ ਲੱਗਦਾ। ਇਹ ਅਗਲਾ ਸ਼ਲੋਕ ਦੂਸਰੀ ਪਾਤਸ਼ਾਹੀ ਦਾ ਆਇਆ ਭਾਈ, ਦੇਖ ਲਓ ਗੁਰੂ ਨਾਨਕ ਸਾਹਿਬ ਦੇ ਜਿਹੜੇ ਹੈਗੇ ਸਿੱਖ ਜਿਹੜੇ ਗੱਦੀ ਲੈ ਗਏ ਤੇ ਉਹਨਾਂ ਦਾ ਗਿਆਨ ਲਈ ਆ ਆਪਾਂ। ਮਹਲਾ ਦੂਜਾ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਕਹਿੰਦੇ ਭਾਈ ਮਨਮੁਖ ਜਿਹੜਾ ਹੈਗਾ, ਮਨ ਦੇ ਪਿੱਛੇ ਚੱਲਣ ਵਾਲਾ ਜਿਹੜਾ ਹੁੰਦਾ ਹੈ, ਮਨਮੁਖ ਸਿਸਟਮ ਦੇ ਵਿੱਚ ਤੁਰਦਾ ਹੈ ਜਿਹੜਾ, ਉਹ ਕੌਣ ਹੁੰਦਾ ਹੈ? ਉਹ ਇਨਸਾਨ। ਕਹਿੰਦੇ ਉਹ ਹੁੰਦਾ ਆ ਜਿਹਨੂੰ ਦਾਤਾ ਜਿਹੜਾ ਜਿੱਥੋਂ ਕੋਈ ਚੀਜ਼ ਮਿਲ ਰਹੀ ਆ, ਉਹ ਦਾਤੇ ਨੂੰ ਨਹੀਂ ਦੇਖਣਾ, ਦਾਤ ਪਿਆਰੀ ਲੱਗਦੀ ਆ। ਦਾਤ ਪਿਆਰੀ ਵਿਸਰਿਆ ਦਾਤਾਰਾ। ਉਹ ਕਹਿੰਦੇ ਆ ਭਾਈ ਮਨਮੁਖ, ਇਹੋ ਜਿਹਾ ਮਨਮੁਖ ਹੁੰਦਾ ਹੈ। ਦੇਂਦੇ ਥਾਵੋਂ ਦਿੱਤਾ ਚੰਗਾ। ਬਈ ਆ ਲਿਆ ਤੂੰ ਮਾਲ ਲਿਆ ਭਾਈ, ਉਹ ਦੇਣ ਵਾਲੇ ਨੂੰ ਕੁਛ ਨਹੀਂ, ਦੇਣ ਵਾਲੇ ਦਾ ਕੋਈ ਉਹ ਨਹੀਂ ਹੈ। ਦੇਂਦੇ ਥਾਵੋਂ ਆਪਾਂ ਨੂੰ ਦੇਖੋ ਹਰ ਚੀਜ਼ ਮਾਲਕ ਨੇ ਦਿੱਤੀ ਆ, ਆਪਾਂ ਵੀ ਇਹੀ ਕੁਛ ਕਰ ਰਹੇ ਹਾਂ। 24 ਘੰਟੇ ਆਪਣੇ ਕੋਲ ਮਾਲਕ ਰੋਜ਼ ਦਿੰਦਾ ਹੈ, ਔਰ 24 ਘੰਟੇ ਦੇ ਵਿੱਚ ਇਮਾਨਦਾਰੀ ਦਿਖਾ ਕੇ ਦੱਸੀਏ ਵੀ ਆਪਾਂ ਮਾਲਕ ਨੂੰ ਕਿੰਨਾ ਕੁ ਸਮਾਂ ਦਿੰਦੇ ਹਾਂ। ਬਸ ਇੱਥੇ ਹੀ ਪਤਾ ਲੱਗ ਜਾਏਗਾ ਭਾਈ ਦੇਂਦੇ ਥਾਵੋਂ ਦਿੱਤਾ ਚੰਗਾ। ਮਨਮੁਖ ਐਸਾ ਜਾਣੀਏ, ਸੁਰਤ ਮਤ ਚਤੁਰਾਈ ਤਾਕੀ, ਕਿਆ ਕਰੇ ਆਖ ਵਖਾਣੀ ਹੈ। ਮਹਾਰਾਜ ਕਹਿੰਦੇ ਆ ਹੁਣ ਇਹ ਮਨਮੁਖ ਇਹੋ ਜਿਹਾ ਬੰਦਾ ਜਿਹੜਾ
ਜਿਹੜਾ ਦਾਤੇ ਨੂੰ ਭੁੱਲ ਕੇ ਦਾਤ ਨੂੰ ਪਿਆਰ ਕਰਦਾ ਆ, ਦਾਸੀ ਨੂੰ, ਪ੍ਰਭੂ ਨੂੰ ਤਿਆਗ ਕੇ ਦਾਸੀ ਨੂੰ ਪਸੰਦ ਕਰਦਾ ਹੈ, ਕਹਿੰਦੇ ਇਹਦੀ ਸੁਰਤ ਜਿਹੜੀ ਹੈ, ਇਹਦੀ ਸੋਚ, ਇਹਦੀ ਮੱਤ, ਇਹਦੀ ਚਤੁਰਾਈ, ਇਹਦੀ ਸਿਆਣਪ, ਕਹਿੰਦੇ ਕੀ ਕਹਿ ਸਕਦੇ ਆ ਇਹਨੂੰ, ਇਹ ਕੀ ਹੈ ਸਿਆਣਪ ਪਾਏ, ਇਹ ਸੋਚ ਕਾਹਦੀ ਸੋਚ ਹੈ ਇਹਨੂੰ ਕੀ ਮੈਂ ਇਹਦੇ ਵਾਸਤੇ ਮੈਂ ਕੀ ਸ਼ਬਦ ਵਰਤਾਂ, ਇਸ ਦੇ ਬੰਦੇ ਦੇ ਵਾਸਤੇ ਮੈਂ ਕੀ ਕਮਾਂ ਇਹਨੂੰ, ਕਿ ਵੀ ਕਿਹੋ ਜਿਹਾ ਬੰਦਾ ਹੈਗਾ ਇਹ, ਕਿੰਨਾ ਨਿਮਨ ਦਰਜੇ ਦਾ ਬੰਦਾ ਹੈਗਾ ਭਾਈ। ਸੁਰਤ ਮਤ ਚਤੁਰਾਈ ਤਾਂ ਕਿ ਕਿਆ ਕਰ ਆਖ ਵਿਖਾਣੀ ਹੈ, ਮੈਂ ਕੀ ਕਹਿ ਕੇ ਬੋਲਾਂ ਇਹਨੂੰ ਹੁਣ, ਕਿਵੇਂ ਦੱਸਾਂ ਵੀ ਕੌਣ ਹੈ ਇਹ। ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌ ਕੁੰਡੀ ਜਾਣੀਐ, ਕਹਿੰਦੇ ਜਿੱਥੇ ਮਰਜੀ ਲੁਕਾ ਲਾ, ਜਿੱਥੇ ਮਰਜੀ ਸੱਤਾਂ ਪਰਦਿਆਂ ਦੇ ਵਿੱਚ, ਧਰਤੀ ਦੇ ਵਿੱਚ, ਕਿਤੇ ਮਰਜੀ ਚਲੇ ਜਾ ਪਿਆਰਿਆ, ਉਹ ਚਾਰੋਂ ਕੁੰਡੀ, ਚਾਰੋਂ ਪਾਸੇ ਉਹ ਮਾਲਕ ਪਰਮਾਤਮਾ ਐਸਾ ਹੈਗਾ ਭਾਈ ਕਿ ਜੋ ਕੁਛ ਵੀ ਤੂੰ ਮੰਦੇ ਕਰਮ ਕਰਦਾ ਹੈ, ਇੱਕ ਸਮਾਂ ਆਉਂਦਾ ਉਹ ਤੇਰੇ ਜਿਹੜੇ ਹੈਗੇ ਓਪਨ ਹੋ ਜਾਂਦੇ ਆ। ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌ ਕੁੰਡੀ ਜਾਣੀਐ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣਾ ਪਾਪੀ ਜਾਣੀਐ, ਕਹਿੰਦੇ ਜਿਹੜਾ ਧਰਮ ਦਾ ਕੰਮ ਕਰ ਰਿਹਾ ਭਾਈ, ਇੱਕ ਟਾਈਮ ਆਉਣਾ ਹੈ ਉਹਦਾ ਧਰਮ, ਉਹਦਾ ਰਹਿੰਦੀ ਦੁਨੀਆ ਤੱਕ ਉਹਦਾ ਨਾਂ ਰਹਿਣਾ ਹੈ, ਤੇ ਜਿਹੜਾ ਪਾਪ ਕਮਾਉਂਦਾ ਹੈ ਉਹਨੇ ਪਾਪੀ ਹੀ ਉਹਦਾ ਨਾਮ ਵੱਜਣਾ ਹੈ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਪਰ ਮਾਲਕਾ ਇਹ ਸਾਰੀ ਦੀ ਸਾਰੀ ਖੇਡ ਇਹ ਤੂੰ ਆਪ ਕਰ ਰਿਹਾ ਹੈ। ਇਹ ਜਿਹੜਾ ਹੈਗਾ ਮਨਮੁਖ ਤੇ ਗੁਰਮੁਖ, ਇਹ ਨੈਗੇਟਿਵਿਟੀ, ਪੋਜ਼ਿਟਿਵਿਟੀ, ਇਹ ਪਾਪ, ਇਹ ਪੁੰਨ, ਇਹ ਸਾਰੀ ਦੀ ਸਾਰੀ ਤੇਰੀ ਖੇਡ ਹੈਗੀ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਰਤਾ ਹੈ ਤਾਂ ਉਹ ਮਾਲਕ ਪਰਮਾਤਮਾ ਹੈ ਜਿਹਨੇ ਖੇਡ ਬਣਾਈ ਹੈ। ਨੈਗੇਟਿਵਿਟੀ ਦੇ ਬਗੈਰ ਗੇਮ ਹੀ ਨਹੀਂ ਚੱਲ ਸਕਦੀ ਭਾਈ। ਜੇ ਵਿਲੀਅਨ ਨਹੀਂ ਹੈਗਾ ਕੋਈ ਸਟੋਰੀ ਨਹੀਂ ਚੱਲੂਗੀ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਕਹਿੰਦੇ ਦੂਸਰਾ ਤਾਂ ਕੋਈ ਹੈ ਹੀ ਨਹੀਂ ਭਾਈ। ਦੂਜਾ ਕੀ ਕਹਿ ਸਕਦੇ ਹਾਂ ਆਪਾਂ, ਤੇਰੇ ਤੋਂ ਇਲਾਵਾ ਤਾਂ ਕੋਈ ਹੈ ਹੀ ਨਹੀਂ ਹੈ, ਦੂਸਰਾ ਕੋਈ ਹੈ ਹੀ ਨਹੀਂ ਹੈ। ਕਿਹੜਾ ਕਹੀਏ ਵੀ ਤੇਰੇ ਤੋਂ ਇਲਾਵਾ ਕੋਈ ਦੂਸਰਾ ਹੈਗਾ। ਨੈਗੇਟਿਵ ਕਰੈਕਟਰ ਦੇ ਵਿੱਚ, ਨੈਗੇਟਿਵ ਰੋਲ ਦੇ ਵਿੱਚ ਵੀ ਤੂੰ ਹੀ ਹੈਗਾ ਹੈ। ਤੂੰ ਆਪੇ ਖੇਲ ਕਰੇ ਸਭ ਕਰਦੇ, ਕਿਆ ਦੂਜਾ ਆਖ ਵਖਾਣੀ ਹੈ। ਕਿਵੇਂ ਕਹਿ ਦਈਏ ਕਿ ਦੂਸਰਾ ਹੈਗਾ ਭਾਈ। ਜਿੱਚਰ ਤੇਰੀ ਜੋਤ ਤਿੱਚਰ, ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ। ਕਹਿੰਦੇ ਜਦ ਤੱਕ ਅੰਦਰ ਮਾਲਕ ਪਰਮਾਤਮਾ ਦੀ ਜੋਤ ਹੈਗੀ ਆ, ਤਦ ਤੱਕ ਜਿਹੜਾ ਹੈਗਾ ਉਸ ਜੋਤੀ ਵਿੱਚ ਉਹ ਮਾਲਕ ਪਰਮਾਤਮਾ ਤੂੰ ਆਪ ਹੀ ਬੋਲਦਾ, ਤੇਰੀ ਜੋਤ ਹੈਗੀ। ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀ ਹੈ। ਬਗੈਰ ਹੁਣ ਜਿਹੜਾ ਹੈਗਾ ਜੋਤ ਚਲੀ ਗਈ ਤੇ ਹੁਣ ਭਾਈ ਜਿਹੜਾ ਹੈਗਾ ਜੀਵ ਚਲਾ ਗਿਆ। ਹੁਣ ਜਿਹੜਾ ਕੋਈ ਸਿਆਣਪ, ਜੇ ਕੋਈ ਹੈ ਕੋਈ ਦਾਦਾ, ਕਹਿੰਦੇ ਹੁਣ ਕੋਈ ਸਿਆਣਪ ਕਰਕੇ ਇਹਨੂੰ ਫਿਰ ਜਿਹੜਾ ਹੈਗਾ ਤੁਰਦਾ ਫਿਰਦਾ ਕਰ ਦਿਓ, ਬੋਲਣ ਵਾਲਾ ਕਰਕੇ ਕੋਈ ਸਿਆਣਪ ਦਿਖਾ ਦਿਓ ਆਪਣੀ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀ ਹੈ। ਕਹਿੰਦੇ ਗੁਰੂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ ਜਦ ਉੱਪਰ ਉੱਠਿਆ ਇਸ ਤੋਂ, ਇਸ ਸੰਸਾਰ ਤੋਂ, ਇਸ ਜਿਹੜਾ ਹੈਗਾ ਇਹ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਕੇ ਪਤਾ ਲੱਗਦਾ ਹੈ ਭਾਈ ਕਿ ਉਹ ਮਾਲਕ ਪਰਮਾਤਮਾ ਸੁਗੜ ਸੁਜਾਨ, ਸੋਹਣੀ ਕਾੜਤ ਵਾਲਾ, ਉਹੀ ਇੱਕੋ ਹੀ ਮਾਲਕ ਪਰਮਾਤਮਾ ਹੈਗਾ ਜਿਹੜਾ ਕਿ ਆਹ ਸਾਰੀ ਦੀ ਸਾਰੀ ਖੇਡ ਕਰ ਰਿਹਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ ਬੜੀ ਸਿੰਪਲ ਜੀ ਗੱਲ ਕੀਤੀ ਉਹਨਾਂ ਨੇ। ਕਹਿੰਦੇ ਕਿ ਭਾਵੇਂ ਤੂੰ ਜਿੱਥੇ ਮਰਜੀ ਛੁਪ ਕੇ ਮਾੜੇ ਕਰਮ ਕਰਦਾ ਹੈ ਨਾ, ਪਰ ਉਹ ਦੇਖਦਾ ਹੀ। ਹਾਂ। ਤੇ ਕਹਿੰਦੇ ਜਦੋਂ ਚੰਗਾ ਕੰਮ ਕਰੇਗਾ ਤੇ ਚੰਗਾ ਫਲ ਮਿਲਣਾ ਹੀ, ਤੇ ਜੇ ਬੁਰਾ ਕੰਮ ਕਰੇਗਾ ਤੈਨੂੰ ਬੁਰਾ ਫਲ ਮਿਲਣਾ ਹੀ। ਧਰਮ ਕਮਾਵੇਂਗਾ ਤਾਂ ਧਰਮ ਦੇ ਵਿੱਚ ਜਾਵੇਂਗਾ, ਤੇ ਜੇ ਤੂੰ ਅਧਰਮੀ ਕੰਮ ਕਰੇਗਾ, ਪਾਪੀ ਕੰਮ ਕਰੇਗਾ ਤੇ ਪਾਪੀ ਜਾਣਿਆ ਜਾਏਗਾ। ਪਾਪੀ ਹੀ ਜਾਣਿਆ ਜਾਣਾ ਹੈ। ਕਿਉਂਕਿ ਜਿਹੜਾ ਤੂੰ ਕੰਮ ਕਰਨਾ ਨਾ ਉਹੀ ਵੱਜਣਾ। ਹੁਣ ਮੇਰੇ ਵਰਗਾ ਲੱਕੜਾ ਵੇਚੂ ਤੇ ਲੱਕੜਾ ਰਾਹੀਂ ਵੱਜਣਾ, ਮੈਂ ਤਰਖਾਣ ਵੱਜੂਗਾ ਕਿਉਂਕਿ ਲੱਕੜ ਦਾ ਕੰਮ ਹੈ। ਜਿਹੋ ਜਿਹਾ ਮੈਂ ਕੰਮ ਕਰੂੰਗਾ ਕਹਿੰਦੇ ਉਹੀ ਵੱਜਣੇ ਵੀ। ਠੀਕ ਹੈ ਜੀ। ਤੋ ਕਹਿੰਦੇ ਇਹ ਚੀਜ਼ ਨੂੰ ਦੇਖੋ। ਫਿਰ ਕਹਿੰਦੇ ਆ ਕਿ ਜਿਹੜਾ ਮਨੁੱਖ ਆ, ਪਰ ਉਹ ਨਿੱਜਰ ਸਾਹਿਬ ਇਹ ਚੀਜ਼ਾਂ ਕਿੱਥੇ ਮੰਨਦਾ। ਉਹ ਨਹੀਂ ਮੰਨਦਾ ਕਿ ਮੈਨੂੰ ਕੋਈ ਵੇਖਦਾ ਵੀ ਹੈਗਾ। ਪਰ ਉਹ ਕਹਿੰਦੇ ਜਿੱਥੇ ਮਰਜ਼ੀ ਲੋਕੇ ਤੂੰ ਮਾੜੇ ਕਰਮ ਕਰ ਲਈ, ਪਰ ਤੇਰੀ ਹਰ ਇੱਕ ਚੀਜ਼ ਤੇ ਨਜ਼ਰ ਹੀ ਪ੍ਰਕਿਰਤੀ ਦੀ।
ਆਪ ਨਿਜਰ ਸਾਹਿਬ ਅਗਲੇ ਬੰਨੇ ਬੋਲੋ ਜਿੱਤਰ ਤੇਰੀ ਜੋਤ। ਹਾਂ, ਪਹਿਲੀ ਗੱਲ ਤਾਂ ਜੇ ਮਹਾਰਾਜ ਕਹਿੰਦੇ ਕਿ ਦੇਖ ਦਿੰਦੇ ਥਾਵੋਂ ਦਿੱਤਾ ਚੰਗਾ। ਪਹਿਲਾਂ ਤਾਂ ਸਭ ਤੋਂ ਇੱਥੇ ਆਹੀ ਆਪਣੀ ਬੇਸਿਕ ਜਿਹੜੀ ਹੈਗੀ ਆਪਾਂ ਇੱਥੇ ਹੀ ਜਿਹੜੇ ਹੈਗੇ ਭਟਕ ਗਏ, ਆਪਾਂ ਮਾਲਕ ਨੂੰ ਭੁਲਾਤਾ ਔਰ ਦਾਤ ਪਿਆਰੀ ਹੋ ਗਈ। ਤੇ ਅੱਗੇ ਕਹਿੰਦੇ ਆ ਕਿ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖੋ ਖਾਣੀ ਹੈ। ਕਹਿੰਦੇ ਸਾਰੀ ਖੇਡ ਮਾਲਕ ਪਰਮਾਤਮਾ ਦੀ ਹੈਗੀ ਆ। ਇਹ ਨੈਗੇਟਿਵਿਟੀ ਪੋਜ਼ਿਟਿਵਿਟੀ ਦੀ ਗੇਮ, ਆਪਾਂ ਇਹ ਗੇਮ ਚੇਂਜਰ ਨਹੀਂ ਹੈਗੇ। ਆਪਾਂ ਦੁਨੀਆ ਨੂੰ ਨਹੀਂ ਸੁਧਾਰ ਸਕਦੇ। ਇਹ ਨੈਗੇਟਿਵਿਟੀ ਪੋਜ਼ਿਟਿਵਿਟੀ ਇਹ ਗੇਮ ਇਸੇ ਤਰੀਕੇ ਦੇ ਨਾਲ ਚੱਲਣੀ ਆ। ਹਾਂ, ਪਰ ਇੱਕ ਗੱਲ ਹੈਗੀ ਬਈ ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ ਸੁਧਾਰ ਸਕਦੇ ਹਾਂ ਔਰ ਇਹ ਗੇਮ ਜਿੱਤ ਸਕਦੇ ਹਾਂ। ਹਾਂਜੀ ਵੀਰ ਜੀ। ਨਿਜਰ ਸਾਹਿਬ ਸੁਧਰਨਾ ਵੀ ਇੱਕ ਹੀ ਬੰਦੇ ਨੇ ਦੁਨੀਆ ਦੇ ਵਿੱਚ, ਬਿਲਕੁਲ, ਉਹ ਕੇਵਲ ਮੈਂ ਵਾਂ। ਹਾਂ, ਅਸੀਂ ਖੁਦ ਆ, ਹੋਰ ਨਹੀਂ ਕਿਸੇ ਨੇ ਸੁਧਰਨਾ। ਪਰ ਬੰਦੇ ਦੀ ਸੋਚ ਇਹ ਆ ਕਿ ਮੈਂ ਨਾ ਬਦਲਾ ਤੇ ਬਾਕੀ ਸਾਰੀ ਦੁਨੀਆ ਬਦਲੇ, ਤੇ ਉਹ ਤੇ ਪੋਸੀਬਲ ਹੀ ਨਹੀਂ ਹੈ। ਠੀਕ ਹੈ ਜੀ। ਫਿਰ ਅਗਲੇ ਬੰਨੇ ਦੇਖੋ ਕਿ ਕਹਿੰਦੇ ਜਿਹੜੀ ਕੁਦਰਤ ਨੇ ਜੋ ਪ੍ਰਕਿਰਤੀ ਰਚੀ ਹੈ ਉਹਦੇ ਵਿੱਚ ਦੋਨੋਂ ਹੀ ਚੀਜ਼ਾਂ ਜ਼ਰੂਰਤ ਨੇ। ਇੱਕ ਚੰਗਿਆਈ ਵੀ ਚਾਹੀਦੀ ਹੈ ਤੇ ਬੁਰਾਈ ਵੀ ਚਾਹੀਦੀ ਹੈ, ਬਿਲਕੁਲ, ਕਿਉਂਕਿ ਉਹਨਾਂ ਚਿਰ ਇਹ ਪ੍ਰਕਿਰਤੀ ਚੱਲ ਨਹੀਂ ਸਕਦੀ। ਠੀਕ ਹੈ ਜੀ, ਬਿਲਕੁਲ। ਅੱਗੇ ਕਹਿੰਦੇ ਕਿ ਦੇਖ ਪਰਮਾਤਮਾ ਦੀ ਜੋਤ ਹੈਗੀ ਤੇਰੇ ਅੰਦਰ, ਤਾਂ ਤੂੰ ਤੁਰਦਾ ਫਿਰਦਾ ਹੈਗਾ। ਜਦ ਉਹ ਜੋਤ ਨਿਕਲ ਗਈ ਤੇ ਕੋਈ ਸਿਆਣਪ ਨਹੀਂ ਚੱਲਣੀ। ਫਿਰ ਭਾਵੇਂ ਜਿਹੜਾ ਮਰਜ਼ੀ ਦੁਨੀਆ ਦਾ ਵੈਦ ਲੈ ਆਈ। ਕਹਿੰਦੇ ਜਿੰਨਾ ਚਿਰ ਜੋਤ ਹੈਗੀ ਤਦ ਤੱਕ ਤੁਸੀਂ ਬੋਲਦੇ ਜੋ। ਤੇ ਜਦੋਂ ਉਹ ਜੋਤ ਤੈਨੂੰ ਛੱਡ ਦਿੰਦੀ ਆ ਤੇ ਫਿਰ ਤੂੰ ਬੋਲਦਾ ਨਹੀਂ ਆ। ਤੇਰਾ ਸਰੀਰ ਦੇ ਨਾਲ ਉਹ ਕਨੈਕਸ਼ਨ ਟੁੱਟ ਜਾਂਦਾ। ਹਾਂਜੀ, ਸਹੀ ਹੈ ਜੀ। ਜਦੋਂ ਬੱਤੀ ਆਉਂਦੀ ਹੋਵੇ ਤੇ ਜਦੋਂ ਬਲਬ ਫਿਊਜ਼ ਹੋ ਜਾਂਦਾ, ਭਾਵੇਂ ਬੱਤੀ ਆਉਂਦੀ ਹੈ ਤੇ ਉਹ ਬਲਬ ਨਹੀਂ ਜਗਦਾ ਹੋਣਾ, ਕਿਉਂਕਿ ਫਿਊਜ਼ ਹੋ ਗਿਆ। ਹਾਂਜੀ। ਤੇ ਆਖਰੀ ਚ ਕਹਿੰਦੇ ਆ ਕਿ ਬਈ ਗੁਰੂ ਦੇ ਰਾਹੀਂ, ਗਿਆਨ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ ਪਤਾ ਲੱਗਦਾ ਹੈ ਪਾਏ ਕਿ ਇਹ ਸਾਰੀ ਗੇਮ ਦਾ ਕੰਟਰੋਲਰ, ਸਾਰੀ ਗੇਮ ਨੂੰ ਚਲਾਉਣ ਵਾਲਾ, ਸਾਰੀ ਗੇਮ ਦੇ ਪਾਰਟੀਸਪੈਂਟ ਜਿਹੜਾ ਹੈਗਾ, ਪਾਤਰ ਵੀ ਸਾਰੀ ਗੇਮ ਦੇ ਜਿਹੜਾ ਹੈ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਇੱਕੋ ਹੀ ਸੁਗੜ ਸੁਜਾਨ ਹੈਗਾ ਭਾਈ, ਸਭ ਤੋਂ ਜ਼ਿਆਦਾ ਸਮਝਦਾਰ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਜਦੋਂ ਤੁਸੀਂ ਭਗਤੀ ਕੀਤੀ ਤੁਹਾਨੂੰ ਆਪਣੇ ਆਪ ਹੀ ਗਿਆਨ ਹੋ ਜਾਣਾ ਕਿ ਇਹ ਸੰਸਾਰ ਕਿੱਦਾਂ ਚੱਲ ਰਿਹਾ। ਜਿੰਨਾ ਚਿਰ ਤੱਕ ਅਸੀਂ ਭਗਤੀ ਨਹੀਂ ਕਰਦੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਇਹ ਪ੍ਰਕਿਰਤੀ ਕੀ ਹੈ, ਇਹ ਸੂਰਜ ਕੀ ਹੈ, ਇਹ ਧਰਤੀ ਕੀ ਹੈ। ਕਿਉਂਕਿ ਜਿੰਨਾ ਚਿਰ ਤੱਕ ਸਾਨੂੰ ਆਪਣੀ ਆਤਮਾ ਦਾ ਗਿਆਨ ਨਹੀਂ ਹੈ ਨਾ, ਆਪਣਾ ਆਤਮਾ ਦੇ ਨਾਲ ਜਦੋਂ ਸੰਪਰਕ ਸਥਾਪਿਤ ਹੋ ਜਾਂਦਾ ਹੈ ਨਾ, ਤੇ ਇਹ ਜਿਹੜਾ ਸੰਸਾਰ ਹੈ ਆਪਣੇ ਅਸਲੀ ਰੂਪ ਚ ਪ੍ਰਗਟ ਹੋ ਜਾਂਦਾ ਹੈ। ਔਰ ਇਸ ਨੂੰ ਅਸਲੀ ਰੂਪ ਚ ਪ੍ਰਗਟ ਕਰਨ ਦੇ ਲਈ ਤੁਹਾਨੂੰ ਆਪਣੀ ਸੁਰਤੀ ਨੂੰ ਆਤਮਾ ਤੱਤ ਚ ਲੀਨ ਕਰਨਾ ਪਊਗਾ, ਜਿਹਦੇ ਲਈ ਆਪਾਂ ਭਗਤੀ ਕਰਦੇ ਹਾਂ। ਅਨਮਨੀ ਅਵਸਥਾ ਦਾ ਮਤਲਬ ਇਹੋ ਹੈ ਕਿ ਸੱਚ ਨੂੰ ਪ੍ਰਗਟ ਕਰ ਦੇਣਾ। ਉਸ ਸੱਚ ਨੂੰ ਜਿਹੜਾ ਸ਼ੀਸ਼ਾ ਹੈ ਤੁਹਾਡੇ ਅੰਦਰ ਜਿਹੜਾ ਸ਼ੀਸ਼ਾ ਹੈ ਨਾ, ਅਸਲ ਚ ਉਹ ਕਿਸੇ ਚੀਜ਼ ਨੂੰ ਫੜਦਾ ਨਹੀਂ ਹੈ। ਹੁਣ ਅਸੀਂ ਕੀ ਕੀਤਾ, ਸ਼ੀਸ਼ਾ ਨਹੀਂ, ਅਸੀਂ ਉਹਦੀ ਪੇਂਟਿੰਗ ਬਣਾਤੀ ਹੈ। ਇਸ ਕਰਕੇ ਹਰ ਚੀਜ਼ ਨੂੰ ਫੜ ਲੈਂਦਾ। ਨਿਜਰ ਸਾਹਿਬ ਇਹ ਵੀ ਸੱਚ ਜੀ, ਬਿਲਕੁਲ। ਜਿਹੜਾ ਸਾਡਾ ਆਪਣਾ ਚੇਤਨ ਹੈ ਨਾ, ਬਾਣੀ ਕਹਿੰਦੀ ਤੂੰ ਸ਼ੁੱਧ ਸੱਚ ਚੇਤਨ ਹੈ। ਤੂੰ ਕਿੱਥੇ ਉਲਝਿਆ ਪਿਆ, ਕੀ ਕਰਦਾ ਫਿਰਦਾ, ਤੂੰ ਕੌਣ ਹੈ? ਤੂੰ ਬਹੁਤ ਪੁਰਾਣਾ ਹੈ, ਇੰਨਾ ਪੁਰਾਣਾ ਇਹ ਧਰਤੀਆਂ ਧੁਰਤੀਆਂ ਸੂਰਜ ਵੀ ਨਹੀਂ ਸੀ। ਤੂੰ ਬਹੁਤ ਪੁਰਾਣਾ ਹੈ, ਪਰ ਤੂੰ ਅਗਿਆਨ ਦੇ ਵਸ ਚ ਪੈ ਕੇ ਇੱਥੇ ਭਟਕ ਰਿਹਾ, ਆ ਭੋਗਾਂ ਚ ਪਿਆ। ਇਹੋ ਹੀ ਤੇਰੇ ਬੰਧਨ ਦਾ ਕਾਰਨ ਆ। ਹੁਣ ਤੈਨੂੰ ਕਵੇ ਕਿ ਛੱਡ ਦੇ, ਹੁਣ ਅਮਲੀ ਬੰਦਾ ਵਾ, ਉਹਨੂੰ ਤੁਸੀਂ ਕਹੋ ਅਮਲ ਛੱਡ ਦੇ, ਉਹ ਕਹਿੰਦਾ ਕੀ ਗੱਲ ਕਹੀ ਜੋ, ਮੈਂ ਤੁਹਾਨੂੰ ਛੱਡ ਦੂੰਗਾ, ਅੰਬਲ ਨਹੀਂ ਮੈਂ ਛੱਡ ਸਕਦਾ। ਤੇ ਉਹ ਕਹਿੰਦੇ, ਉਹ ਏਦਾਂ ਘਰ ਦੀ ਕਹਿੰਦੀ ਕਿ ਤੂੰ ਮੈਨੂੰ ਛੱਡ ਦੇ, ਕਹਿੰਦਾ ਤੈਨੂੰ ਵੀ ਛੱਡ ਦੂੰਗਾ ਮੈਂ, ਪਰ ਆ ਜਿਹੜੀ ਮੈਂ ਸ਼ਰਾਬ ਪੀਂਦਾ ਨਾ, ਇਹ ਨਹੀਂ ਮੈਂ ਛੱਡਣੀ। ਸੋ ਆਪ ਜਸਟ ਸੋਚੋ ਕਿ ਜਿਹੜੀ 20-25 ਸਾਲ ਤੋਂ ਆਪਾਂ ਸ਼ਰਾਬ ਪੀਤੀ ਆ, ਆਪਾਂ ਇੰਨੇ ਐਡਿਕਟਡ ਆ, ਇੰਨੇ ਆਦੀ ਹੋ ਚੁੱਕੇ ਆ। ਤੇ ਬਾਣੀ ਤੇ ਕਹਿੰਦੀ ਇਸ ਮਨ ਕੋ ਬਹੁਤ ਜਨਮ ਜਨਮ ਕੀ ਮਨ ਲੱਗੀ, ਕਾਲਾ ਹੁਆ ਸਵਾ। ਉਹਦਾ ਤਿਆਗ ਕਰਨਾ ਕਿੰਨਾ ਕੁ ਆਸਾਨ ਹੈ, ਉਹ ਤੇ ਹੋਰ ਮੁਸ਼ਕਿਲ ਕੰਮ ਹੈ ਨਿਜਰ ਸਾਹਿਬ। ਬਿਲਕੁਲ, ਉਹ ਤੇ ਜਿੱਦਾਂ ਆਟੇ ਚ ਲੂਣ ਗੁੰਨਾ ਹੋਵੇ, ਉਹ ਹਿਸਾਬ ਤੇ ਬਹੁਤ ਔਖਾ ਹੋ ਗਿਆ। ਹਾਂਜੀ ਨਿਜਰ ਸਾਹਿਬ, ਅੱਗੇ ਚਲੀਏ। ਅੱਗੇ ਹੁਣ ਜਿਹੜੀ ਹੈਗੀ ਆ ਪੌੜੀ ਆ ਗਈ ਜੀ, ਜਿਹਦੇ ਵਾਸਤੇ ਸ਼ਲੋਕ ਲੱਗੇ ਹੋਏ ਸੀ 2, ਇੱਕ ਪਹਿਲੀ ਪਾਤਸ਼ਾਹੀ ਦਾ, ਦੂਜੀ ਦਾ ਸੀ। ਹੁਣ ਪਹਿਲੀ ਪਾਤਸ਼ਾਹੀ ਦੀ ਪੌੜੀ ਆ ਗਈ। ਇਹ ਪੌੜੀ ਕੀ ਕਹਿ ਰਹੀ ਹੈ, ਇਹ ਕਿਹਦੇ ਵਾਸਤੇ ਸ਼ਲੋਕ ਲਗਾਏ ਸੀ, ਇਹਨੂੰ ਸ਼ਿੰਗਾਰਨ ਵਾਸਤੇ। ਤੇ ਆ ਹੁਣ ਪੌੜੀ ਦੇਖੀਏ ਕੀ ਕਹਿੰਦੀ ਹੈ। ਪੌੜੀ, ਤੁਦੇ ਆਪੇ ਜਗਤ ਉਪਾਇ ਕਹਿ, ਤੁਦੇ ਆਪੇ ਧੰਦੇ ਲਾਇਆ। ਕਹਿੰਦੇ ਸਾਰਾ ਸੰਸਾਰ ਤੂੰ ਆਪ ਪੈਦਾ ਕੀਤਾ ਹੈ
ਔਰ ਦੇਖ ਲਓ ਜਿੰਨੇ ਵੀ ਜੀਵ ਹੈਗੇ ਸਾਰੇ ਦੇ ਸਾਰੇ ਕਹਿੰਦੇ ਤੂੰ ਧੰਦਿਆਂ ਦੇ ਉੱਤੇ ਲਾਏ ਹੋਏ ਆ, ਤੂੰ ਦੇ ਆਪੇ ਜਗਤ ਉਪਾਏ ਕੇ ਤੂੰ ਦੇ ਆਪੇ ਧੰਦੇ ਲਾਇਆ, ਮੋਹ ਠਗੋਲੀ ਪਾਏ ਕੇ ਤੂੰ ਦੇ ਆਪੋਂ ਜਗਤ ਖਵਾਇਆ। ਦੇਖ ਲਓ ਕਹਿੰਦੇ ਐਸੀ ਮੋਹ ਦੀ ਐਸੀ ਅਟੈਚਮੈਂਟ ਹੈ ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਇੱਕ ਦੂਸਰੇ ਪਰਿਵਾਰ ਦੇ ਨਾਲ, ਕਹਿੰਦੇ ਐਸੀ ਮੋਹ ਦੀ ਠੱਗ ਬੂਟੀ ਖੜਾ ਦਿੱਤੀ। ਠਗੌਲੀ ਕਹਿ ਰਹੇ ਆ ਮਹਾਰਾਜ, ਠੱਗ ਬੂਟੀ ਠੱਗਣ ਵਾਸਤੇ। ਮੋਹ ਠਗੌਲੀ ਪਾਏ ਕੇ ਤੁਧ ਆਪੋਂ ਜਗਤ ਖਵਾਇਆ। ਖਵਾਇਆ ਕਹਿੰਦੇ ਆ ਖੁਆਰ ਕਰਨਾ ਕਿਸੇ ਨੂੰ, ਭਟਕਾਉਣਾ, ਖੱਜਲ ਖੁਆਰੀ ਕਰਨੀ। ਕਹਿੰਦੇ ਤੂੰ ਆਪ ਹੀ ਕਰ ਰਿਹਾ, ਖੱਜਲ ਖੁਆਰੀ ਵਾਸਤੇ ਹੀ ਤੂੰ ਇਹ ਮੋਹ ਦੀ ਠੱਗ ਬੂਟੀ ਦੁਨੀਆ ਦੇ ਵਿੱਚ ਵਰਤਾ ਰਿਹਾ ਆ। ਤ੍ਰਿਸ਼ਨਾ ਅੰਦਰ ਅਗਨ ਹੈ ਨਾ ਤਿਪਤੇ ਭੁੱਖਾ ਧਿਆਇਆ। ਕਹਿੰਦੇ ਇਹਦੇ ਵਿੱਚ ਠੱਗ ਬੂਟੀ ਦੇ ਵਿੱਚ ਤ੍ਰਿਸ਼ਨਾ ਹੈਗੀ ਆ, ਤ੍ਰਿਸ਼ਨਾ ਦੀ ਅੱਗ ਹੈਗੀ ਆ। ਤ੍ਰਿਸ਼ਨਾ ਅੰਦਰ ਅਗਨ ਹੈ, ਅੱਗ ਆ ਤ੍ਰਿਸ਼ਨਾ ਦੀ। ਨਾ ਤਿਪਤੇ ਭੁੱਖਾ ਧਿਆਇਆ, ਇਹਦੇ ਵਿੱਚ ਤ੍ਰਿਪਤੀ ਹੈ ਹੀ ਨਹੀਂ, ਭੁੱਖ ਜਾਣੀ ਨਹੀਂ ਆ, ਪਿਆਸ ਮਿਟਣੀ ਨਹੀਂ ਹੈਗੀ। ਪਿਆਸ ਵੱਧ ਸਕਦੀ ਆ, ਇਹ ਅੱਗ ਵੱਧ ਸਕਦੀ ਆ ਪਰ ਮਿਟ ਨਹੀਂ ਸਕਦੀ। ਤ੍ਰਿਸ਼ਨਾ ਅੰਦਰ ਅਗਨ ਹੈ ਨਾ ਤਿਪਤੇ ਭੁੱਖਾ ਧਿਆਇਆ। ਸਹਸਾ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ। ਕਹਿੰਦੇ ਸਹਿਮ ਜਿਹੜਾ ਹੈਗਾ ਇਹ ਸੰਸਾਰ ਹੀ ਹੈ, ਇਹ ਚੋਗਾ ਹੀ ਹੈਗਾ ਜਿਹੜਾ ਖਿਲ ਰਿਹਾ ਪਿਆ ਹੈ, ਇਹ ਮੋਹ ਹੀ ਹੈਗਾ ਜਿਹੜਾ ਹੈਗਾ ਸੰਸਾਰ ਦੇ ਵਿੱਚ, ਇਹੀ ਸਹਿਮ ਹੈਗਾ। ਤੇ ਇਹਦੇ ਨਾਲ ਹੀ ਮਰਦਾ ਜੰਮਦਾ ਰਹਿੰਦਾ, ਆਉਂਦਾ ਜਾਂਦਾ ਰਹਿੰਦਾ ਇਨਸਾਨ। ਸਹਸਾ ਇਹ ਸੰਸਾਰ ਹੈ। ਜਦ ਸੰਸਾਰ ਦੇ ਨਾਲ ਪਰਾਏ ਪੁਰਖ ਨੇ, ਪਰਾਏ ਇਸਤਰੀ ਦੇ ਨਾਲ, ਮਾਇਆ ਦੇ ਨਾਲ, ਦਾਸੀ ਦੇ ਨਾਲ ਪ੍ਰਭੂ ਨੂੰ ਤਿਆਗ ਕੇ ਜਿਹੜਾ ਵੀ ਇਨਸਾਨ ਆਪਾਂ ਲੱਗੇ ਆ ਤੇ ਆਉਂਦੇ ਜਾਂਦੇ ਰਵਾਂਗੇ ਭਾਈ। ਕਿਉਂਕਿ ਆਪਣੀ ਤਾਂ ਡਿਮਾਂਡ ਇਹੀ ਹੈ। ਮਾਲਕ ਕਹਿੰਦਾ ਆ ਜਾ ਮੈਂ ਤੈਨੂੰ ਕੱਢ ਦੇਣਾ, ਗੁਰੂ ਕਹਿੰਦੇ ਆ ਜਾ, ਕਹਿੰਦੇ ਨਹੀਂ ਮੈਨੂੰ ਤਾਂ ਇੱਥੇ ਰਹਿਣਾ ਹੈ, ਮੈਨੂੰ ਤਾਂ ਆਹ ਚੀਜ਼ ਪਸੰਦ ਆ। ਫਿਰ ਮਾਲਕ ਕਹਿੰਦਾ ਤੂੰ ਖੇਡ ਆਰਾਮ ਨਾਲ। ਸਹਸਾ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ। ਬਿਨ ਸਤਿਗੁਰ ਮੋਹ ਨਾ ਟੁੱਟਈ ਸਭ ਥੱਕੇ ਕਰਮ ਕਮਾਇਆ। ਦੇਖੋ ਉੱਥੇ ਗੁਰੂ ਲਿਖਤਾ ਸੀ, ਇੱਥੇ ਸਤਿਗੁਰੂ ਲਿਖਤਾ। ਕਹਿੰਦੇ ਬਗੈਰ ਸਤਿਗੁਰੂ ਦੇ, ਕਿਉਂਕਿ ਸਤਿਗੁਰੂ ਜਿਹੜਾ ਹੈਗਾ ਉਹਨਾਂ ਨੇ ਮਾਲਕ ਨੂੰ ਪਾ ਲਿਆ ਹੈ। ਉਹਨਾਂ ਦੇ ਗਿਆਨ ਤੋਂ ਬਗੈਰ ਇਹ ਮੋਹ ਜਿਹੜਾ ਹੈਗਾ, ਇਹ ਭਰਮ ਜਿਹੜਾ ਹੈਗਾ, ਇਹ ਧੋਖਾ ਜਿਹੜਾ ਹੈਗਾ, ਇਹ ਖਿੱਚ ਜਿਹੜੀ ਹੈਗੀ ਆ, ਇਹ ਸੰਸਕਾਰ ਜਿਹੜੇ ਹੈਗੇ ਇਹ ਨਹੀਂ ਟੁੱਟ ਸਕਦੇ। ਸਭ ਥੱਕੇ ਕਰਮ ਕਮਾਇਆ। ਔਰ ਕਰਮ ਕਾਂਡ ਕਰਕੇ ਔਰ ਬਾਕੀ ਇੱਧਰ ਉੱਧਰ ਭਟਕ ਕੇ ਜਿਹੜੇ ਹੈਗੇ ਆ ਧਰਮ ਦੇ ਰਸਤੇ ਦੇ ਉੱਤੇ ਵੀ ਜਿਹੜਾ ਹੈਗਾ ਹੋਰ ਗਲਤ ਜਿਹੜੇ ਰਸਤਿਆਂ ਤੇ ਜਾ ਕੇ ਕਹਿੰਦੇ ਸਾਰੇ ਦੇ ਸਾਰੇ ਥੱਕ ਗਏ। ਫਿਰ ਕੀ ਕਰੀਏ ਜੀ? ਗੁਰਮਤੀ ਨਾਮ ਧਿਆਈਏ ਸੁਖ ਰੱਜਾਂ ਜਾਂ ਤੁਧ ਪਾਇਆ। ਕਹਿੰਦੇ ਭਾਈ ਦੇਖ ਸਤਿਗੁਰੂ ਨੂੰ ਮਿਲ ਕੇ ਉਹਦੀ ਮੱਤ ਲੈ ਲਾ, ਸਤਿਗੁਰੂ ਦੀ, ਉਸ ਗੁਰੂ ਦੀ ਮੱਤ ਲੈ ਲਾ। ਉਸ ਗੁਰੂ ਜੋ ਕਹਿ ਰਿਹਾ ਹੈ ਉਹਨੂੰ ਮੰਨ ਲਾ ਪਤੰਦਰਾ। ਉਹ ਪਿਓ ਮਾਲਕ ਪਰਮਾਤਮਾ ਬੋਲ ਰਿਹਾ ਹੈ ਗੁਰੂ ਦੇ ਮੁਖ ਤੋਂ। ਉਹਦੀ ਮੱਤ ਲੈ, ਉਹਦੇ ਅਨੁਸਾਰ ਫਿਰ ਧਿਆਨ ਸਿਮਰਨ ਕਰ। ਨਾਮ ਧਿਆਈਏ ਲਿਖਿਆ ਹੋਇਆ, ਦੇਖੋ ਧਿਆਈਏ, ਧਿਆਨ ਕਰਨਾ ਹੈ। ਧਿਆਈਏ ਦਾ ਕੀ ਮਤਲਬ ਆ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ? ਨਹੀਂ, ਧਿਆਈਏ ਦਾ ਮਤਲਬ ਧਿਆਨ ਕਰ। ਨਾਮ ਤੇਰੇ ਅੰਦਰ ਆ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਉਸ ਨਾਮ ਨੂੰ ਜਿਹੜਾ ਹੈਗਾ ਉਹਦੇ ਵੱਲ ਧਿਆਨ ਕਰ। ਤੂੰ ਜਿਹੜਾ ਹੈਗਾ ਤੂੰ ਤਾਂ ਪਤੰਦਰਾ, ਤੂੰ ਤਾਂ ਮਾਇਆ ਦਾ ਹੀ ਧਿਆਨ ਕਰੀ ਜਾ ਰਿਹਾ ਹੈ। ਇਹ ਜਿਹੜਾ ਮਾਲਕ ਨੇ ਜਿਹੜਾ ਚੋਗਾ ਵਰਤਾਇਆ ਹੋਇਆ ਦਾਤ ਜਿਹੜੀ ਹੈਗੀ, ਇਸੇ ਦਾਤ ਦਾ ਧਿਆਨ ਹੈ ਤੈਨੂੰ ਤਾਂ ਜਿਹੜਾ ਹੈਗਾ ਉਹ ਦਾਤੇ ਦਾ ਧਿਆਨ ਹੀ ਨਹੀਂ ਹੈ। ਗੁਰਮਤੀ ਨਾਮ ਧਿਆਈਏ ਸੁਖ ਰੱਜਾਂ ਜਾਂ ਤੁਧ ਪਾਇਆ। ਮਾਲਕ ਪਰਮਾਤਮਾ ਨੂੰ ਪਾ ਜਾਏਗਾ, ਪਾਏ ਤੇ ਸੁਖੀ ਹੋ ਜਾਏਗਾ, ਰੱਜ ਜਾਏਗਾ, ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ। ਕੁੱਲ ਉਧਾਰੇ ਆਪਣਾ ਧਨ ਚਣੇਂਦੀ ਮਾਇਆ। ਤੇ ਆਪਣੇ ਕੁੱਲ ਨੂੰ ਪਾਈ, ਪੂਰੇ ਕੁੱਲ ਨੂੰ ਜਿਹੜਾ ਹੈਗਾ ਉਧਾਰ ਲੈਂਦਾ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਔਰ ਦੁਨੀਆ ਦੇ ਵਿੱਚ ਜਿਹੜੇ ਵੀ ਸੰਗਤ ਕਰਦੇ ਐਸੇ ਇਨਸਾਨ ਦੀ, ਉਹ ਜਿਹੜੇ ਹੈਗੇ ਉਹ ਵੀ ਤਰ ਜਾਂਦੇ ਆ। ਕਹਿੰਦੇ ਧਾਨਿਆ ਮਾਂ ਕੌਣ? ਮਾਂ ਹੈਗੀ ਆਪਣੀ ਗੁਰੂ, ਆ ਸਤਿਗੁਰੂ, ਆ ਬ੍ਰਹਮ ਗਿਆਨੀ, ਜਿਨ੍ਹਾਂ ਦੀ ਮੱਤ ਲਈ ਕੁੱਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ। ਧਾਨਿਆ ਕਹਿੰਦੇ ਇਹਨਾਂ ਦੀ ਮਾਂ, ਇੱਕ ਤਾਂ ਆਪਣੇ ਜਿਹੜੇ ਫਿਜ਼ੀਕਲ ਮਾਂ ਪਿਓ ਹੈਗੇ, ਇੱਕ ਆਪਣਾ ਜਿਹੜਾ ਦੁਨੀਆ ਦੇ ਵਿੱਚ ਬਾਬੁਲ ਹੈਗਾ, ਪਾਏ ਪਿਓ ਹੈਗਾ, ਉਹ ਗੁਰੂ ਹੈਗੇ, ਉਹ ਬ੍ਰਹਮ ਗਿਆਨੀ। ਕਹਿੰਦੇ ਧਾਨਿਆ ਉਹ ਬ੍ਰਹਮ ਗਿਆਨੀ ਜਿਨ੍ਹਾਂ ਨੇ, ਉਹ ਮਾਂ ਜਿਹਨੇ ਇਹਨੂੰ ਜਨਮ ਦਿੱਤਾ ਹੈ। ਆਪਣਾ ਜਨਮ
ਆਪਣਾ ਅਸਲੀ ਜਨਮ ਜਿਹੜਾ ਹੈਗਾ ਉਦੋਂ ਹੁੰਦਾ ਹੈ ਜਦ ਆਪਾਂ ਨੂੰ ਗੁਰੂ ਦੀ ਮੱਤ ਮਿਲ ਜਾਏ, ਸਹੀ ਰਸਤਾ ਲੱਭ ਜਾਏ, ਉਦੋਂ ਆਪਾਂ ਪੈਦਾ ਹੋਏ। ਕੁਲ ਉਦਾਰ के जन्मे गवन मिटाया। ਹਾਂ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਕੁਲ ਉਧਾਰੇ ਆਪਣਾ ਧਨ ਜਣੇਂ ਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨੇ ਹਰ ਛੇਤੀ ਚਿੱਤ ਲਾਇਆ। ਕਹਿੰਦੇ ਉਹਨਾਂ ਦੀ ਸੋਭਾ, ਉਹਨਾਂ ਦੀ ਸੋਚ ਸੋਹਣੀ ਹੋ ਜਾਂਦੀ ਹੈ ਭਾਈ, ਸੋਹਣੀ ਹੋ ਜਾਂਦੀ ਹੈ। ਉਹਨਾਂ ਦਾ ਜੀਵਨ ਸੋਹਣਾ ਹੋ ਜਾਂਦਾ ਹੈ ਜਿਨ੍ਹਾਂ ਨੇ ਕਿ ਉਸ ਮਾਲਕ ਪਰਮਾਤਮਾ ਨੂੰ, ਉਹਦੇ ਮਾਲਕ ਦੇ ਨਾਲ ਚਿੱਤ ਲਗਾ ਲਿਆ ਆਪਣਾ, ਅੰਦਰੋਂ ਦਿਲੋਂ ਜਿਹੜਾ ਹੈਗਾ, ਮਨ ਤੋਂ ਜਿਹੜਾ ਹੈਗਾ ਉਸ ਪਾਸੇ ਤੁਰ ਪਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਹੁਣ ਦੇਖੋ ਉਹ ਆਖਰ ਤੇ ਫਿਰ ਸਾਨੂੰ ਕੀ ਸਮਝਾ ਕੇ ਗਏ ਨੇ ਕਿ ਦੇਖੋ ਕਿ ਦੁਨੀਆ ਨੂੰ ਪ੍ਰਮਾਤਮਾ ਤੋਂ ਇਹ ਆਪ ਪੈਦਾ ਕੀਤਾ ਹੈ, ਇਹਨਾਂ ਨੂੰ ਧੰਦੇ ਤੇ ਲਾਇਆ। ਹਰ ਕੋਈ ਬੰਦਾ ਵੇਖੋ ਕੀੜੀਆਂ ਨੂੰ ਕਿੱਦਾਂ ਬਿਜੀ ਹੈ, ਭੱਜੇ ਫਿਰਦੇ ਨੇ ਕਿਉਂਕਿ ਬਿਜੀ ਕੀਤੇ ਨੇ। ਕਿਸੇ ਨੂੰ ਬੱਚੇ ਦੀ ਫੀਸ ਤਾਰਨੀ ਹੈ, ਕਿਸੇ ਨੇ ਬੱਚੇ ਦੇ ਕੱਪੜੇ ਲਿਆਉਣੇ ਨੇ, ਕਿਸੇ ਕੁੜੀ ਦਾ ਵਿਆਹ ਕਰਨਾ ਹੈ, ਕਿਸੇ ਨੇ ਮੁੰਡੇ ਦਾ ਵਿਆਹ ਕਰਨਾ ਹੈ, ਕੋਈ ਹਸਪੀਟਲ ਗਿਆ ਹੈ ਉਹਦਾ ਇਲਾਜ ਕਰਾਉਣਾ ਹੈ, ਸੋ ਕਿਸੇ ਨੇ ਮਕਾਨ ਬਣਾਉਣਾ ਹੈ। ਆਖਰ ਤੇ ਜਿੰਨੀ ਵੀ ਤੁਸੀਂ ਕਮਾਈ ਕਰਨੀ ਹੈ ਸਾਰੀ ਧਰਤੀ ਤੇ ਲੱਗ ਜਾਣੀ ਹੈ। ਤੁਸੀਂ ਆਖਰ 'ਚ ਧਰਤੀ ਹੀ ਖਰੀਦੋਗੇ, ਤੁਹਾਡਾ ਪੈਸਾ ਜਾਣਾ ਕਿੱਥੇ ਆ? ਧਰਤੀ 'ਚ। ਜੋ ਮਰਜ਼ੀ ਬਣਾ ਲਓ ਤੁਸੀਂ। ਸੋ ਏਦਾਂ ਦੁਨੀਆ ਲੱਗੀ ਹੋਈ ਹੈ, ਲੋਕਾਂ ਨੂੰ ਧੰਦੇ 'ਚ ਲਾਇਆ। ਸੋ ਇਹ ਸੰਸਾਰ ਹੈ, ਏਦਾਂ ਹੀ ਪ੍ਰਮਾਤਮਾ ਨੇ ਉਹ ਬਣਾਇਆ। ਫਿਰ ਕਹਿੰਦੇ ਠਗੋਲੀ ਹੈ, ਮੋਹ ਦੇ ਕਰਕੇ ਬੰਦਾ ਠੱਗਿਆ ਜਾਂਦਾ। ਜਦੋਂ ਮੋਹ ਦੇ ਵਿੱਚ, ਤੁਹਾਨੂੰ ਪਤਾ ਹੀ ਮੋਹ ਤਾਂ ਬਹੁਤ ਮਾੜਾ ਹੁੰਦਾ ਨਾ। ਫਿਰ ਮੋਹ ਜਦੋਂ ਆ ਜਾਂਦਾ ਫਿਰ ਆਪਾਂ ਧਰਮ ਤੋਂ ਦੂਰ ਹੋ ਜਾਂਦੇ, ਧਰਮ ਟੁੱਟ ਜਾਂਦਾ। ਬੜਾ ਕਨੈਕਸ਼ਨ ਸੀ ਨਾ, ਜਦੋਂ ਗੁੱਡੀ ਵੇਖੀ, ਗੁੱਡੀ ਦੇ ਤੇ ਜਿਹੜਾ ਡਾਉਣ ਵਾਲਾ ਹੁੰਦਾ ਉਹਦੇ ਵਿਚਕਾਰ ਇੱਕ ਧਾਗੇ ਦਾ ਕਨੈਕਸ਼ਨ ਹੁੰਦਾ, ਉਹ ਫਿਰ ਕਨੈਕਸ਼ਨ ਹੀ ਟੁੱਟ ਜਾਂਦਾ। ਫਿਰ ਗੁੱਡੀ ਪਤਾ ਨੀ ਕਿੱਥੇ ਉੱਡਦੀ ਫਿਰਦੀ। ਇਹ ਮੋਹ ਜਿਹੜਾ ਏਡਾ ਮਾੜੀ ਚੀਜ਼ ਹੈ। ਮੋਹ ਦੇ ਵਿੱਚ ਜਦੋਂ ਆਉਂਦਾ ਬੰਦਾ ਫਿਰ ਆਪਣੇ ਧਰਮ ਤੋਂ ਬਹੁਤ ਦੂਰ ਚਲ ਜਾਂਦਾ। ਫਿਰ ਉਹਨੂੰ ਸੱਚ ਸੁੱਚ ਦਾ ਨਹੀਂ ਪਤਾ ਲੱਗਦਾ, ਫਿਰ ਉਹਦੀ ਦੋਸਤੀ ਗਲਤ ਚੀਜ਼ ਨਾਲ ਜੁੜ ਜਾਂਦੀ ਹੈ। ਤੇ ਫਿਰ ਕਹਿੰਦੇ ਉਹ ਜੇ ਕੋਈ ਤੂੰ ਗਲਤ ਚੀਜ਼ ਨਾਲ ਆਪਣਾ ਕਨੈਕਸ਼ਨ ਜੋੜੇਗਾ ਤਾਂ ਫਿਰ ਕਹਿੰਦੇ ਜਗਤ ਜਿਹੜਾ ਖੁਆਰ ਹੁੰਦਾ ਰਹੂਗਾ। ਔਰ ਆਉਂਦਾ ਜਾਂਦਾ ਰਹੇਗਾ ਬਸ। ਖੱਜਲ ਖੁਆਰੀ ਕਹਿੰਦੇ ਨਾ ਆਪਾਂ, ਬਿਲਕੁਲ ਜੀ ਉਹ ਯਾਰ ਮੈਂ ਗਿਆ ਸਾਂ ਬੜੀ ਖੱਜਲ ਖੁਆਰੀ ਹੋਈ, ਮਤਲਬ ਕਿ ਸਾਰਾ ਦਿਨ ਵੀ ਲੰਘ ਗਿਆ, ਫਾਇਦਾ ਵੀ ਨਹੀਂ ਹੋਇਆ, ਕੰਮ ਨਹੀਂ ਹੋਇਆ। ਉਹ ਕਹਿੰਦਾ ਖੱਜਲ ਖੁਆਰੀ ਹੋਊਗੀ ਤੇਰੀ, ਫਾਇਦਾ ਨਹੀਂ ਹੈ। ਤ੍ਰਿਸ਼ਨਾ ਅੰਦਰ ਅਗਨੀ, ਉਹ ਕਹਿੰਦਾ ਤ੍ਰਿਸ਼ਨਾ ਦੀ ਤੇਰੇ ਅੰਦਰ ਅਗਨੀ ਹੈ, ਪਰ ਤੈਨੂੰ ਪਤਾ ਹੈ ਅਗਨ ਦੇ ਵਿੱਚ ਜਿੰਨੀ ਮਰਜ਼ੀ ਲੱਕੜ ਸੁੱਟੇਗਾ, ਉਹ ਕਹਿੰਦੀ ਕਿ ਬਸ ਕਰ ਨਾ ਸੁੱਟ, ਉਹ ਕਹਿੰਦੀ ਜੋ ਮਰਜ਼ੀ ਸੁੱਟੀ ਜਾ। ਬਿਲਕੁਲ ਇਸੇ ਤਰ੍ਹਾਂ ਕਹਿੰਦੇ ਜਿਹੜੀ ਤੇਰੀ ਤ੍ਰਿਸ਼ਨਾ ਦੀਆਂ ਇੱਛਾਵਾਂ ਹੈ, ਇਹਨਾਂ ਦੀਆਂ ਅਗਨੀ ਏਡੀ ਭਿਅੰਕਰ ਆ, ਤੂੰ ਜੋ ਮਰਜ਼ੀ ਪਾਏਗਾ ਨਾ। ਬਾਣੀ ਫਿਰ ਤਾਂ ਹੀ ਉਹ ਕਹਿ ਕੇ ਗਈ ਆ, ਸਰਬ ਜਗਤ ਕਾ ਰਾਜਾ ਦੁਖੀਆ। ਉਹ ਭੋਲਿਆ ਸਾਰੀ ਧਰਤੀ ਦਾ ਜਿੱਦਣ ਤੂੰ ਮਾਲਕ ਵੀ ਬਣ ਜਾਏਗਾ ਨਾ, ਫਿਰ ਤੇਰੇ ਮਨ ਚ ਆਉਣਾ ਕਿ ਜਿਹੜੇ ਦੂਜੇ ਗ੍ਰਹਿ ਹੈਗੇ ਮੈਂ ਉੱਥੇ ਜਾ ਕੇ ਰਾਜ ਸਥਾਪਿਤ ਕਰਾਂ। ਐਸੀ ਤ੍ਰਿਸ਼ਨਾ ਹੈ, ਤੇਰੀ ਸੋਚ ਹੈ, ਤੈਨੂੰ ਪਤਾ ਨਹੀਂ ਹੈ। ਹਜੇ ਤੇਰੇ ਕੋਲ ਹੈ ਥੋੜਾ ਮਾਲ ਮੱਤਾ ਵਾ, ਇਹ ਕਰਕੇ ਤੂੰ ਸੋਚਦਾ ਕਿ ਮੈਨੂੰ ਕੋਠੀ ਮਿਲ ਜੇ, ਭਾਵੇਂ ਤੈਨੂੰ ਸਾਰੀਆਂ ਬਸਤ ਦੀਆਂ ਕੋਠੀਆਂ ਮਿਲ ਜਾਣ, ਫਿਰ ਤੂੰ ਕਹਿਣਾ ਦੂਜੀ ਸਿਟੀ 'ਚ ਜਾਣਾ, ਉਹ ਵੀ ਚਾਹੀਦੀ ਹੈ। ਫਿਰ ਇਸੇ ਤਰ੍ਹਾਂ ਇਨਸਾਨ ਦੀ ਕਹਿੰਦੇ ਉਹਨਾਂ ਨੇ ਵੇਖੋ ਬਾਣੀ 'ਚ ਇਹ ਚੀਜ਼ ਦੱਸੀ ਹੈ। ਅਗਲੇ ਬੰਨੇ ਕਹਿੰਦੇ ਸਹਿਸਾ ਇਹ ਸੰਸਾਰ ਹੈ, ਸੰਸਾਰ ਹੀ ਸਹਿਮ ਹੈ। ਇਹ ਜੋ ਦਿਸਦੇ ਆਕਾਰ ਜੋ ਹੈਗਾ, ਜੋ ਪਦਾਰਥ ਹੈ, ਮੈਟਰ ਜੋ ਹੈਗਾ, ਤੇ ਇਹਦੇ ਵਿੱਚ ਲੱਗਿਆ ਰਹੇਗਾ ਤੇ ਮਰਦਾ ਜੰਮਦਾ ਰਹੇਗਾ, ਆਉਂਦਾ ਜਾਂਦਾ ਰਹੇਗਾ। ਔਰ ਤੈਨੂੰ ਸੱਚਾਈ ਪਤਾ ਨਹੀਂ ਲੱਗਣੀ ਜਦ ਤੱਕ ਕਿ ਸਤਿਗੁਰੂ ਜਿਹੜਾ ਹੈਗਾ, ਸਤਿਗੁਰੂ ਤੋਂ ਗਿਆਨ ਨਹੀਂ ਲੈਂਦਾ, ਤਦ ਤੱਕ ਤੇਰਾ ਇਹ ਮੋਹ ਨਹੀਂ ਟੁੱਟਣਾ ਭਾਈ। ਜਦ ਤੱਕ ਤੈਨੂੰ ਜਿਹੜਾ ਹੈਗਾ ਸਹੀ ਰਸਤਾ ਹੀ ਨਹੀਂ ਨਜ਼ਰ ਆਉਣਾ, ਤੇਰਾ ਹਨੇਰਾ ਜਾਣਾ ਹੀ ਨਹੀਂ ਹੈ। ਤੇ ਸਤਿਗੁਰੂ ਤੋਂ ਮੱਤ ਲੈਣੀ ਪਊਗੀ। ਦੇਖ ਲਓ ਗੁਰਮਤੀ ਨਾਮ ਤੇ ਆਈਏ, ਧਿਆਨ ਸਿਮਰਨ ਕਰਨਾ ਪਊਗਾ। ਹੁਣ ਆਪਾਂ ਸਾਰਾ ਦਿਨ ਬੰਦਗੀ ਦੀ ਗੱਲਾਂ ਸੁਣਦੇ ਆ, ਉਹਨਾਂ ਬ੍ਰਹਮ ਗਿਆਨੀਆਂ ਦੇ ਵਿਚਾਰ ਸੁਣਦੇ ਆ, ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ ਪਰਿਵਰਤਨ ਹੁੰਦਾ। ਬਿਲਕੁਲ ਫਰਕ ਤੇ ਪੈਂਦਾ। ਬਾਲਟੀ 'ਚ ਤੁਸੀਂ ਟੂਟੀ ਛੱਡ ਦੋ, ਉਹ ਜਦੋਂ ਬਾਲਟੀ ਭਾਵੇਂ ਗੰਦੇ ਪਾਣੀ ਨਾਲ ਭਰੀ ਹੋਵੇ, ਜਦੋਂ ਨਵਾਂ ਪਾਣੀ ਪੈਂਦਾ ਹੈ ਤੇ ਹੌਲੀ ਹੌਲੀ ਕਰਕੇ ਮਲੀਨਤਾ ਬਾਲਟੀ ਦੇ ਜਿਹੜੇ ਅੰਦਰ ਪਾਣੀ ਹੈ ਉਹਦੀ ਖਤਮ ਹੁੰਦੀ ਜਾਂਦੀ ਹੈ, ਔਰ ਇੱਕ ਸਮਾਂ ਆਊਗਾ ਉਹ ਸ਼ੁੱਧ ਜਲ ਬਣ ਜਾਂਦਾ। ਇਸੇ ਤਰ੍ਹਾਂ ਬਾਣੀ ਦਾ ਪ੍ਰਭਾਵ ਹੈ ਸਾਡੇ ਚਿੱਤ ਤੇ। ਜਦੋਂ ਬਾਣੀ ਵੱਜਦੀ ਹੈ ਨਾ, ਦੇਖੋ ਮਨਾ ਕੀਤਾ ਨਾ ਬੁਰਾਈ ਕਰਨ ਤੋਂ। ਹੁਣ ਤੁਸੀਂ ਕੱਲ ਜਦੋਂ ਘਰੋਂ ਬਾਹਰ ਗਏ ਜਾਂ ਘਰੇ ਕੋਈ ਕੰਮ ਕੀਤਾ, ਫਾਲਤੂ ਬੋਲਣ ਨੂੰ ਦਿਲ ਕੀਤਾ ਨਾ, ਤੁਹਾਡਾ ਕਿਸੇ ਨੇ ਅੰਦਰੋਂ ਤੁਹਾਡੇ ਹੱਥ ਹੀ ਫੜ ਲੈਣਾ ਨਿੱਜਰ ਸਾਹਿਬ। ਬਿਲਕੁਲ ਉਹ ਵੱਖਰੀ ਕਿ ਬੰਦਾ ਬੇਸ਼ਰਮ ਹੋ ਕੇ ਕਰਦੇ ਕੰਮ, ਪਰ ਅੰਦਰੋਂ ਉਹਦੀ ਬੜੀ ਪਾਵਰਫੁਲ ਆਵਾਜ਼ ਹੋ ਜਾਣੀ ਹੈ, ਕਿਉਂਕਿ ਚੇਤਨਾ ਪ੍ਰਗਟ ਹੋ ਰਹੀ ਹੈ। ਭਗਤੀ ਕਰਕੇ ਕੀ ਹੁੰਦਾ ਕਿ ਚੇਤਨਾ ਬੜੀ ਪਾਵਰਫੁਲ ਹੋ ਜਾਂਦੀ ਹੈ, ਔਰ ਜਿਹੜੀ ਚੀਜ਼ ਪਾਵਰਫੁਲ ਆ ਜ਼ੋਰ ਉਹਦਾ ਹੀ ਚੱਲਣਾ ਹੈ।
ਡੰਕਾ ਵੀ ਉਹਦਾ ਹੀ ਵੱਜਣਾ ਹੈ। ਜਦੋਂ ਵਿਵੇਕ ਬੁੱਧੀ ਪ੍ਰਗਟ ਹੋ ਗਈ ਨਾ ਤੇ ਸਧਾਰਨ ਬੁੱਧੀ ਕੁਛ ਨਹੀਂ ਕਰ ਸਕਦੀ, ਉਹਦੇ ਚ ਪਾਵਰ ਹੀ ਨਹੀਂ ਹੈਗੀ। ਉਹ ਹਿਸਾਬ ਹੈ। ਫਿਰ ਅਗਲੇ ਵੇਲੇ ਕਹਿੰਦੇ ਗੁਰਮਤਿ ਨਾਮ ਤੇ ਆਇਆ, ਧਿਆਉਣਾ ਹੈ, ਧਿਆਨ ਸਿਮਰਨ ਕਰਨਾ ਹੈ, ਬੋਲਣ ਦੀ ਗੱਲ ਨਹੀਂ ਜੀ ਹੋਈ ਸਾਹਿਬ। ਬਿਲਕੁਲ ਸਹੀ ਗੱਲ ਹੈ। ਇਹ ਵੀ ਬੜਾ ਪੰਗਾ ਜੇ। ਧਿਆਨ ਦੀ ਗੱਲ ਕਰਦੇ, ਧਿਆਨ ਦੀ, ਉਹਨੇ ਪੜ੍ਹਨ ਦੀ ਗੱਲ ਨਹੀਂ ਜੇ ਕੀਤੀ। ਇਹ ਵੀ ਬੜੀ ਵੱਡੀ ਕਨਫਿਊਜ਼ਨ ਜੇ, ਇਸ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿ ਕੇ ਗਏ ਨੇ ਧਿਆਉਣਾ ਹੈ, ਅਗਲੇ ਬੰਨੇ ਬੋਲੋ ਨੇ ਜੈਸੇ ਕੁੱਲ ਉਧਰੇ ਕੁੱਲ ਉਧਾਰੇ ਆਪਣਾ ਤਨ ਜਣੇ ਦੀ ਮਾਇਆ। ਕਹਿੰਦੇ ਆਪਣਾ ਪੂਰਾ ਕੁੱਲ ਉਧਾਰ ਲੈਂਦਾ ਭਾਈ। ਆਪਣੇ ਨਾਲ ਜਿਹੜੇ ਦੇਖ ਲਓ, ਆਪਣੇ ਨਾਲ ਕਿੰਨੇ ਜਿਹੜੇ ਹੈਗੇ ਆ, ਆਪਣੀ ਬਾਡੀ 'ਚ ਕਿੰਨੇ ਮਾਈਕਰੋ ਆਰਗੈਨਿਜ਼ਮਸ ਕਿੰਨੇ ਤਾਂ ਪਏ ਹੋਏ ਆ ਸਾਰੇ ਦੇ ਸਾਰੇ। ਔਰ ਦੇਖ ਲਓ ਆਪਣੇ ਅੰਦਰ ਜਿਹੜੀਆਂ ਹੈਗੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਹੈਗੀਆਂ। ਔਰ ਆਪਣੇ ਅੰਦਰ ਜਿਹੜਾ ਔਰ ਬਾਹਰ ਜਿੰਨੇ ਵੀ ਜਿਹੜੇ ਹੈਗੇ ਐਸੇ ਬ੍ਰਹਮ ਗਿਆਨੀ ਜਿਹੜੇ ਉਹਦੇ ਸੰਗਤ ਕਰਨਗੇ, ਉਹ ਵੀ ਜਿਹੜੇ ਹੈਗੇ ਉੱਧਰ ਜਾਂਦੇ ਆ ਭਾਈ। ਜਿਹਨੇ ਕਿ ਐਸੇ ਗੁਰੂ ਤੋਂ ਜਿਹੜਾ ਹੈਗਾ, ਐਸੀ ਮਾਂ ਤੋਂ ਜਿਹੜਾ ਹੈਗਾ, ਜਿਨ੍ਹਾਂ ਨੇ ਜਿਹੜਾ ਹੈਗਾ ਉਹਦੇ ਤੋਂ ਮੱਤ ਲੈ ਲਈ, ਗੁਰੂ ਦੀ ਮੱਤ ਲੈ ਲਈ ਜਿਨ੍ਹਾਂ ਨੇ। ਹਾਂਜੀ ਵੀਰ ਜੀ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਹਾਂ, ਪਹਿਲਾਂ ਆਪ ਮੁਕਤ ਹੋਇਆ ਫਿਰ ਮੈਨੂੰ ਤਾਰਦਾ। ਬਿਲਕੁਲ, ਬਹੁਤ ਵਧੀਆ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਇੱਕ ਕਿਸਾਨ ਹੈ ਜਿਹਨੇ ਫਸਲ ਬੀਜੀ ਹੈ, ਜਿਹਨੂੰ ਪਤਾ ਕਣਕ ਕਿੱਦਾਂ ਬੀਜਣੀ ਹੈ, ਕਿੱਦਾਂ ਪਾਣੀ ਲਾਉਣਾ ਹੈ। ਉਹ ਜਦੋਂ ਕਿਸਾਨ ਕਿਸੇ ਦੂਜੇ ਨੂੰ ਗਿਆਨ ਦਿੰਦਾ ਹੈ ਨਾ, ਤੇ ਨੈਚੁਰਲੀ ਦੂਜੇ ਬੰਦੇ ਦਾ ਭਲਾ ਹੋ ਜਾਂਦਾ। ਇਹੋ ਹਿਸਾਬ ਉਹ ਕਹਿੰਦੇ ਨੇ ਕਿ ਜਿਹੜਾ ਬੰਦਾ ਆਪ ਮੁਕਤ ਹੋ ਜਾਂਦਾ, ਫਿਰ ਉਹ ਜੇ ਦੂਜੇ ਨੂੰ ਦੱਸਦਾ ਕਿ ਮੇਰੀ ਫਸਲ ਏਦਾਂ ਉਗਗੀ ਹੈ ਤੇ ਤੁਸੀਂ ਵੀ ਜਿੱਦਾਂ ਮੈਂ ਕੀਤਾ, ਮੈਂ ਤੁਹਾਨੂੰ ਲੈ ਕੇ ਤੇ ਨਹੀਂ ਜਾ ਸਕਦਾ, ਕਮ ਸੇ ਕਮ ਮੈਂ ਜੋ ਮੈਂ ਕੀਤਾ ਉਹ ਤੁਸੀਂ ਕਰੋਗੇ, ਤੁਹਾਡਾ ਮਸਲਾ ਵੀ ਹੱਲ ਹੋ ਜਾਏਗਾ। ਠੀਕ ਹੈ ਜੀ। ਬਿਲਕੁਲ। ਤੇ ਬ੍ਰਹਮ ਗਿਆਨੀ ਤੇ ਸਾਨੂੰ ਇਹੋ ਕਹਿ ਕੇ ਗਿਆ ਕਿ ਧਰਮ ਤੇ ਚੱਲੋ, ਅਧਰਮ ਵਾਲਾ ਕੰਮ ਨਾ ਕਰੋ, ਪਾਪ ਨਾ ਕਰੋ, ਕਿਉਂਕਿ ਪਾਪ ਜਿਹੜੇ ਨੇ ਉਹ ਹੁਣੇ ਫਲ ਤੁਹਾਨੂੰ ਮਿੱਠਾ ਲੱਗਦਾ ਹੈ, ਪਰ ਉਹ ਅੱਗੇ ਮਿੱਠਾ ਨਹੀਂ ਹੈਗਾ। ਬਿਲਕੁਲ। ਬੜਾ ਬਕਬਕਾ ਜਿਹਾ ਟੇਸਟ ਹੈ, ਤੇ ਮੁੜ ਕੇ ਤੁਸੀਂ ਪਿੱਛੇ ਨਹੀਂ ਭੱਜ ਸਕਦੇ ਕਿ ਤੁਸੀਂ ਅੱਗੇ ਆ ਚੁੱਕੇ ਜੋ। ਤੇ ਹੁਣ ਤੁਹਾਡੇ ਕੋਲ ਜਿਹੜੀ ਗੱਡੀ ਹੈ ਨਾ, ਤੁਸੀਂ ਅੱਜ ਦੇ ਪਿੱਛੇ ਮੋੜ ਸਕਦੇ ਜੋ। ਬਿਲਕੁਲ ਸਹੀ ਹੈ ਜੀ। ਹਾਂ, ਉਹ ਮਰਜ਼ੀ ਤੁਹਾਡੀ ਹੈ, ਵੈਸੇ ਕੋਈ ਜ਼ਬਰਦਸਤੀ ਨਹੀਂ। ਬਾਣੀ ਕਹਿੰਦੀ ਤੁਸੀਂ ਆਪਣੀ ਮਰਜ਼ੀ ਕਰੋ। ਠੀਕ ਹੈ ਜੀ। ਮੈਂ ਤੁਹਾਨੂੰ ਕਹਿੰਦੀ ਕਿ ਤੁਹਾਨੂੰ ਸਲਾਹ ਦੇ ਰਿਹਾ, ਐਡਵਾਈਸ ਕਰ ਰਿਹਾ। ਆਖਰੀ ਦੇ ਵਿੱਚ ਇਹੀ ਗੱਲ ਕਹਿ ਰਹੇ, ਕਹਿੰਦੇ ਕਿ ਸੋਭਾ ਸੁਰਤ ਸੁਹਾਵਣੀ, ਤੁਹਾਡੀ ਸੋਭਾ ਤੇ ਤੁਹਾਡੇ ਅੰਦਰ ਖੁਸ਼ੀ, ਤੁਹਾਡੇ ਅੰਦਰ ਜਿਹੜੀ ਖੁਸ਼ੀ ਆਏਗੀ, ਤੁਹਾਡੀ ਸੋਚ ਜਿਹੜੀ ਸਹੀ ਹੋਏਗੀ। ਕਿਹਦੀ? ਜਿਹਨੇ ਹਰ ਸੇਤੀ ਚਿੱਤ ਲਾਇਆ, ਜਿਹਨੇ ਜਿਹੜੀ ਹੈਗੀ ਉਸ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਆਪਣਾ ਚਿੱਤ ਲਗਾ ਲਿਆ ਭਾਈ। ਜਿਹਨੇ ਅੰਦਰ ਜਿਹੜਾ ਹੈਗਾ ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰ ਦਿੱਤੀ, ਤੇ ਉਹਦੀ ਸੋਭਾ ਹੋਣੀ ਆ, ਉਹਦਾ ਜੀਵਨ ਸੁਹਾਵਣਾ ਹੋ ਜਾਣਾ। ਹਾਂਜੀ ਵੀਰ। ਉਹ ਕਹਿੰਦੇ ਆ ਦੋ ਚੀਜ਼ਾਂ, ਇੱਕ ਤੇ ਸੋਭਾ ਮਿਲੂਗੀ, ਫਿਰ ਕਹਿੰਦੇ ਜਿਹੜੀ ਸੁਰਤੀ ਹੈ ਨਾ ਉਹ ਵੀ ਸੁਹਾਵਣੀ ਹੋ ਜਾਏਗੀ, ਸੋਹਣੀ ਹੋ ਜਾਏਗੀ। ਬਿਲਕੁਲ ਸਹੀ ਸੋਚ ਹੋ ਜਾਏਗੀ ਜਿਹੜੀ ਉਹ ਜਿਹੜਾ ਬੰਗਲਾ ਸੀ ਨਾ ਉਹ ਹੰਸ ਬਣ ਜੂਗਾ। ਕਰਮ ਨਹੀਂ ਬੰਦ ਹੋਣਾ, ਪਰ ਹੁਣ ਬੰਗਲਾ ਮੱਛੀ ਨਹੀਂ ਫੜਦਾ, ਉਹ ਹੰਸ ਬਣ ਗਿਆ। ਮੋਤੀ ਖਾਂਦਾ ਹੈ ਸੁੱਚੇ ਮੋਤੀ ਕੀ ਹੈ? ਸੱਚ ਤੇ ਚੱਲੀ ਜਾਓ ਤੇ ਸੁੱਚੇ ਮੋਤੂ ਆ। ਜੇ ਤੁਸੀਂ ਝੂਠ ਤੇ ਚੱਲੇ ਤੇ ਉਹ ਮੱਛੀਆਂ, ਗੱਲ ਖਤਮ। ਹੋਰ ਸੁੱਚੇ ਮੋਤੀ ਕਿੱਥੋਂ ਲੱਭਣੇ? ਆਪਾਂ ਕਿਹੜੇ ਹੰਸ ਹੈਗੇ ਆ? ਆਪਾਂ ਕਿਹੜਾ ਉੱਥੇ ਜਾ ਕੇ ਉੱਥੇ ਝੀਲ 'ਚ ਜਾ ਕੇ ਮੋਤੀ ਲੱਭਣੇ ਆ? ਹੰਸ ਤੇ ਬੰਗਲੇ 'ਚ ਫਰਕ ਕੀ ਆ? ਜਿਹੜਾ ਬੰਗਲਾ ਹੈ ਉਹ ਮੱਛੀਆਂ ਖਾਈ ਜਾਂਦਾ ਹੈ। ਮੱਛੀਆਂ ਤੋਂ ਭਾਵ ਉਹ ਨਹੀਂ ਪ੍ਰਭਾਵ ਕਰਦਾ ਕਰਮ ਕਰ ਲੱਗਿਆ। ਤੇ ਹੰਸ ਕੌਣ ਆ? ਉਹ ਪੱਥਰਾਂ ਦੇ ਵਿੱਚੋਂ, ਨਕਲੀ ਮੋਤੀਆਂ ਦੇ ਵਿੱਚੋਂ ਸੁੱਚਾ ਮੋਤੀ ਲੱਭ ਕੇ ਖਾਂਦਾ ਹੈ। ਹਾਂ, ਧਰਮ ਤੇ ਚੱਲਦਾ। ਉਹ ਧੌਲ ਧਰਮ ਦੇ ਆ ਕਪੂਤ, ਜਿਹੜਾ ਧਰਮ ਤੇ ਚੱਲਦਾ ਹੈ। ਬਾਣੀ ਤੇ ਕਹਿੰਦੀ ਹੈ ਜੇ ਤੂੰ ਠੱਗ ਹੈਗਾ, ਬੇਈਮਾਨ ਹੈ ਕਰਦਾ ਹੈ, ਫਿਰ ਤੂੰ ਘੁੰਮੀ ਜਾ, ਫਿਰ ਖਜਲ ਖੁਆਰੀ ਕਰਾਈ ਜਾ। ਪਰ ਜੇ ਤੂੰ ਹੰਸ ਬਣ ਗਿਆ ਤੇ ਗੱਲ ਖਤਮ ਹੋ ਗਈ। ਬਿਲਕੁਲ ਠੀਕ ਹੈ ਜੀ। ਅੱਜ ਦੀ ਵਿਚਾਰ ਇੱਥੇ। ਬਿਲਕੁਲ ਸਹੀ ਜੀ, ਬਹੁਤ ਵਧੀਆ ਜੀ। ਤੇ ਇਹ ਧਿਆਨ ਤੋਂ ਬਿਨਾਂ ਉਹ ਤੁਸੀਂ ਹੰਸ ਬਣ ਨਹੀਂ ਸਕਦੇ। ਸਿੱਧੀ ਜੀ ਗੱਲ ਹੈ। ਧਿਆਨ ਦਾ ਮਤਲਬ ਹੀ ਕਿ ਆਪਣੀ ਆਤਮਾ ਨੂੰ ਆਪਣੇ ਨਜ਼ਦੀਕ ਲੈ ਆਉਣਾ। ਤੇ ਜਦੋਂ ਤੁਸੀਂ ਧਿਆਨ ਕੀਤਾ ਤੇ ਸਭ ਕੁਝ ਆਪੇ ਖੁੱਲ ਜਾਣਾ। ਕੁਛ ਕਰਨ ਦੀ ਲੋੜ ਥੋੜੀ ਹੈਗੀ ਹੈ। ਬਸ ਸਿੰਪਲ ਚੀਜ਼ ਹੈ ਗੋਰਕੀ ਸਾਹਿਬ, ਸੋਚ ਆਪਣੀ ਜਿਹੜੀ ਹੈਗੀ ਅੰਦਰ ਲੈ ਕੇ ਜਾਣੀ ਆ। ਸਿੰਪਲ ਜੀ ਗੱਲ ਹੈ। ਬਸ ਆਪਣੇ ਕੋਲ ਸੋਚ ਹੀ ਹੈ। ਆਪਣੇ ਧਿਆਨ ਨੂੰ ਅੰਦਰ ਲੈ ਜਾਓ ਬਸ। ਬਸ ਇੰਨਾ ਹੀ ਕੰਮ। ਜਦੋਂ ਤੁਹਾਡਾ ਧਿਆਨ ਅੰਦਰ ਗਿਆ ਤੇ ਇਹਨੇ ਆਪਣੇ ਆਪ ਹੀ ਦੇਖ ਲੈਣਾ। ਫਿਰ ਬਾਣੀ ਕਹਿੰਦੀ ਜਬ ਜਾਣਾ ਤਭੀ ਹੀ ਮਾਨਾ। ਫਿਰ ਭਰਮ ਟੁੱਟ ਜਾਂਦਾ, ਐਨਕਾਂ ਉਤਾਰ ਕੇ ਸੁੱਟ ਦਿੰਦਾ, ਫਿਰ ਫਕੀਰ ਹੋ ਜਾਂਦਾ। ਰਹਿੰਦਾ ਤੇ ਸੰਸਾਰ 'ਚ ਹੀ ਹੈ। ਫਿਰ
ਉਹ ਜਿੱਦਾਂ ਉਹ ਰਾਜਾ ਸੀ ਨਾ, ਰਾਜਾ ਜਨਕ, ਉਹਦੇ ਵਾਲੀ ਅਵਸਥਾ ਬਣ ਜਾਂਦੀ ਹੈ। ਰਹਿੰਦਾ ਕਮਲ ਸੰਸਾਰ ਚ ਹੀ ਹੈ, ਚਿੱਕੜ ਚ ਹੀ ਕਮਲ ਹੈਗਾ, ਪਰ ਉਹ ਚਿੱਕੜ ਤੋਂ ਉੱਠ ਜਾਂਦਾ ਹੈ। ਬਿਲਕੁਲ ਹਾਂ, ਉਹ ਸਾਡੀ ਅਵਸਥਾ ਬਣ ਜਾਏਗੀ। ਚਲੋ ਪ੍ਰਮਾਤਮਾ ਮਿਹਰ ਕਰੇ, ਸਾਨੂੰ ਉਹਨਾਂ ਬਲ ਬਖਸ਼ੇ ਸੀ ਉਸ ਮਾਰਗ ਤੇ ਚੱਲੀਏ। ਅੱਜ ਦੇ ਵਿਚਾਰ ਇੱਥੇ ਹੀ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਤੇ ਨਿਰੋਗਤਾ ਤੰਦਰੁਸਤੀ ਬਖਸ਼ਣੀ। ਇਹ ਮੇਰੇ ਮਾਲਿਕ, ਅਸੀਂ ਆਪ ਜੀ ਦੇ ਕੋਟਨ ਕੋਟਨ ਧੰਨਵਾਦੀ ਹਾਂ। ਮੇਰੇ ਪਿਤਾ ਇੱਕ ਮਾਤਾ ਅਰਦਾਸ ਕਰਾ ਰਹੇ ਨੇ, ਉਹ ਕਹਿੰਦੇ ਨੇ ਕਿ ਸਰੀਰ ਚ ਕਸ਼ਟ ਹੈ ਤੇ ਜਿਸ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ। ਆਪ ਮਿਹਰ ਕਰੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।